फ्रेंड्स, ਜਿਹੜਾ ਟੌਪਿਕ ਅੱਜ ਅਸੀਂ ਡਿਸਕਸ ਕਰਨ ਜਾ ਰਹੇ ਹਾਂ ਉਹ ਹੈ ਕ੍ਰਿਟੀਕਲ ਥਿੰਕਿੰਗ। ਇੱਕ ਸੋਚ ਦਾ ਅਜਿਹਾ ਤਰੀਕਾ ਜਿਹੜਾ ਕਿ ਬਹੁਤ ਆਬਜੈਕਟਿਵ ਹੁੰਦਾ ਹੈ, ਜਿਸ ਦੇ ਵਿੱਚ ਅਸੀਂ ਸਬਜੈਕਟਿਵ ਹੋ ਕੇ ਨਹੀਂ ਸੋਚਣਾ, ਅਸੀਂ ਉਸ ਨੂੰ ਹਰ ਪੱਖਾਂ ਤੋਂ ਵਿਚਾਰਨਾ ਹੈ, ਐਨਾਲਿਸਿਸ ਕਰਨਾ ਹੈ ਤਾਂ ਕਿ ਅਸੀਂ ਕੋਈ ਜਜਮੈਂਟ ਲੈ ਸਕੀਏ। ਇੱਕ ਹੁੰਦਾ ਹੈ ਕਿ ਸਾਡੀ ਵੈਸੇ ਹੀ ਕਿਸੇ ਬਾਰੇ ਕੀ ਸੋਚ ਹੈ, ਪਰ ਕ੍ਰਿਟੀਕਲੀ ਸੋਚਣਾ ਸਾਰੇ ਪੱਖਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸੋਚਣਾ ਹੈ। ਅਸੀਂ ਸਾਰੇ ਪੱਖਾਂ ਨੂੰ ਸੋਚ ਕੇ, ਸਾਰੇ ਤੱਥਾਂ ਨੂੰ ਵਿਚਾਰ ਕੇ ਫਿਰ ਇੱਕ ਐਨਾਲਿਸਿਸ ਕਰਦੇ ਹਾਂ ਤੇ ਫਿਰ ਇੱਕ ਜਜਮੈਂਟ ਲੈਂਦੇ ਹਾਂ, ਇੱਕ ਫੈਸਲਾ ਲੈਂਦੇ ਹਾਂ। ਤੁਸੀਂ ਅਕਸਰ ਦੇਖਿਆ ਹੋਣਾ ਸਾਡੇ ਸਮਾਜ ਦੇ ਵਿੱਚ ਲੜਕੇ ਤੇ ਲੜਕੀ ਦੇ ਵਿੱਚ ਬਹੁਤ ਅੰਤਰ ਕੀਤਾ ਜਾਂਦਾ ਹੈ। ਮਰਦ ਤੇ ਔਰਤ ਦਾ ਫਰਕ ਬਹੁਤ ਗਹਿਰਾ ਹੈ। ਇਹ ਸਾਡੇ ਨਾਲ ਹੀ ਪੈਦਾ ਹੁੰਦਾ ਹੈ ਤੇ ਸਾਡੇ ਨਾਲ ਹੀ ਵੱਧਦਾ ਜਾਂਦਾ ਹੈ, ਕਿਉਂਕਿ ਅਸੀਂ ਆਪਣੇ ਮਾਸ਼ਰੇ ਦੇ ਵਿੱਚ, ਆਪਣੇ ਸਮਾਜ ਦੇ ਵਿੱਚ ਇਸ ਚੀਜ਼ ਨੂੰ ਦੇਖਦੇ ਹਾਂ ਤੇ ਉਸ ਨੂੰ ਇਦਾਂ ਹੀ ਅਪਣਾ ਲੈਂਦੇ ਹਾਂ। ਸਾਡੇ ਮਦਰ ਸਾਡੇ ਲਈ ਬਹੁਤ ਕੁਝ ਕਰਦੇ ਹਨ, ਪਰ ਜਦੋਂ ਕੋਈ ਪੁੱਛਦਾ ਹੈ ਕਿ ਤੁਹਾਡੇ ਮੰਮਾ ਕੀ ਕੰਮ ਕਰਦੇ ਹਨ ਤਾਂ ਅਸੀਂ ਕਹਿੰਦੇ ਹਾਂ ਸਾਡੇ ਮੰਮੀ ਕੁਝ ਨਹੀਂ ਕਰਦੇ, ਉਹ ਤਾਂ ਹਾਊਸ ਵਾਈਫ ਨੇ। ਠੀਕ ਹੈ ਨਾ, ਕਿਉਂਕਿ ਉਸ ਕੰਮ ਨੂੰ ਅਸੀਂ ਕੰਮ ਨਹੀਂ ਗਿਣਦੇ। ਅਸੀਂ ਸੋਚਦੇ ਹਾਂ ਕਿ ਕੁਝ ਅਜਿਹੇ ਕੰਮ ਹਨ ਜੋ ਸਿਰਫ ਲੜਕੀਆਂ ਹੀ ਕਰ ਸਕਦੀਆਂ ਹਨ ਔਰ ਕੁਝ ਅਜਿਹੇ ਕੰਮ ਹਨ ਕਿ ਜਿਹੜੇ ਸਿਰਫ ਲੜਕੇ ਹੀ ਕਰ ਸਕਦੇ ਹਨ। ਪਰ ਸਮੇਂ ਨੇ ਇਹਨਾਂ ਗੱਲਾਂ ਨੂੰ, ਇਹਨਾਂ ਵਿਚਾਰਾਂ ਨੂੰ ਬਹੁਤ ਹੱਦ ਤੱਕ ਬਦਲ ਦਿੱਤਾ ਹੈ। ਅਜਿਹਾ ਨਹੀਂ ਹੈ। ਹੁਣ ਹਰ ਇੱਕ ਕੰਮ ਹਰ ਕੋਈ ਕਰ ਸਕਦਾ ਹੈ। ਇੱਕ ਲੜਕਾ ਸ਼ੈਫ ਬਣ ਜਾਂਦਾ ਹੈ ਕਿਸੇ ਹੋਟਲ ਦੇ ਵਿੱਚ, ਵੱਡੇ ਵੱਡੇ ਸ਼ੈਫ ਬਹੁਤ ਸਾਰੇ ਲੜਕੇ ਹਨ। ਇੱਕ ਲੜਕੀ ਫਾਈਟਰ ਪਾਇਲਟ ਚਲਾ ਰਹੀ ਹੈ, ਫਾਈਟਰ ਪਾਇਲਟ ਬਣ ਜਾਂਦੀ ਹੈ। ਠੀਕ ਹੈ ਨਾ, ਫਾਈਟਰ ਪਲੇਨ ਚਲਾ ਰਹੀ ਹੈ ਫੌਜ ਦੇ ਵਿੱਚ। ਸੋ ਇਹੋ ਜਿਹੇ ਬਹੁਤ ਸਾਰੇ ਕੰਮ ਹਨ ਜਿਹੜੇ ਕਿ ਉਹ ਸਾਰੇ ਕਰ ਸਕਦੇ ਹਨ ਵਿਪਰੀਤ ਪਰਿਸਥਿਤੀਆਂ ਦੇ ਵਿੱਚ, ਇਹ ਸਮਝਦੇ ਹੋਏ ਕਿ ਉਹ ਇਨਸਾਨ ਹਨ। ਅਸੀਂ ਇਹ ਨਹੀਂ ਦੇਖਣਾ ਕਿ ਉਹ ਲੜਕਾ ਹੈ ਜਾਂ ਲੜਕੀ ਹੈ। ਸੋ ਜਦੋਂ ਆਪਾਂ ਇਹਨਾਂ ਕੰਮਾਂ ਦੀ ਵੰਡ ਕਰਦੇ ਹਾਂ ਤਾਂ ਉੱਥੇ ਆਪਾਂ ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਣਾ ਹੈ ਕਿ ਕੰਮ ਲਈ ਕਾਬਲੀਅਤ ਕਿਸ ਦੀ ਹੈ। ਇੱਥੇ ਕ੍ਰਿਟੀਕਲ ਐਨਾਲਿਸਿਸ ਹੋਏਗਾ। ਜੇ ਕੋਈ ਲੜਕੀ ਫਿਜ਼ੀਕਲੀ ਫਿਟ ਹੈ ਤਾਂ ਉਹ ਫੌਜ ਜੁਆਇਨ ਕਰ ਸਕਦੀ ਹੈ। ਠੀਕ ਹੈ, ਉਹ ਅੱਛੀ ਡਰਾਈਵਰ ਸਾਬਤ ਹੋ ਸਕਦੀ ਹੈ, ਉਹ ਕੋਈ ਜ਼ੋਰ ਵਾਲਾ ਕੰਮ ਕਰ ਸਕਦੀ ਹੈ। ਪਰ ਜੇ ਕੋਈ ਲੜਕਾ ਥੋੜਾ ਜਿਹਾ ਸੋਲ ਹੈ, ਸੋਲ ਸਮਝਦੇ ਹੋ, ਨਾਜ਼ੁਕ, ਉਹ ਫਿਜ਼ੀਕਲੀ ਇੰਨਾ ਫਿਟ ਨਹੀਂ ਹੈ, ਮੈਂਟਲੀ ਬਹੁਤ ਫਿਟ ਹੈ, ਤਾਂ ਹੋ ਸਕਦਾ ਹੈ ਕਿ ਉਹ ਮੇਕਅਪ ਆਰਟਿਸਟ ਬਣ ਸਕਦਾ ਹੈ। ਠੀਕ ਹੈ ਨਾ, ਅਗਰ ਉਸਦਾ ਕੈਲੀਬਰ ਇਸ ਪਾਸੇ ਜਾਂਦਾ ਹੈ ਜਾਂ ਉਸਦੀ ਸੋਚ ਇਸ ਪਾਸੇ ਜਾਂਦੀ ਹੈ ਜਾਂ ਉਹ ਫਾਈਨ ਆਰਟਸ ਦੇ ਵਿੱਚ ਬਹੁਤ ਅੱਛਾ ਹੈ ਤਾਂ ਬਹੁਤ ਅੱਛੀਆਂ ਪੇਂਟਿੰਗਸ ਕਰ ਸਕਦਾ ਹੈ। ਜੋ ਸਾਡੇ ਸਮਾਜ ਦੀ ਸੋਚ ਹੈ ਉਸ ਤੋਂ ਹਟ ਕੇ ਸੋਚਣਾ ਹੈ ਅਸੀਂ। ਅਬਰਾਹਮ ਲਿੰਕਨ ਨੇ ਇੱਕ ਜਗ੍ਹਾ ਕਿਹਾ ਹੈ ਕਿ ਮੈਂ ਜੋ ਕੁਝ ਵੀ ਹਾਂ ਉਹ ਮੇਰੀ ਮਾਂ ਦੀ ਦੇਣ ਹੈ। All what I am today is what I owe to my mother। ਜਿਹੜਾ ਪਾਲਣਾ ਹੈ ਉਸ ਦੇ ਵਿੱਚ ਜਿਹੜੀ ਉਸ ਨੂੰ ਹਿਲਾਉਂਦੀ ਹੈ ਉਹ ਮਾਂ ਕੁਝ ਵੀ ਕਰ ਸਕਦੀ ਹੈ। ਠੀਕ ਇਸੇ ਤਰ੍ਹਾਂ ਅਸੀਂ ਵੀ ਇਸ ਚੀਜ਼ ਨੂੰ ਸਮਝ ਲੈਣਾ ਹੈ ਕਿ ਲੜਕੇ ਤੇ ਲੜਕੀਆਂ ਸਮਾਨ ਹਨ। ਉਹ ਆਪਣੀ ਸਰੀਰਕ ਮਾਨਸਿਕ ਬਣਤਰ ਨਾਲ ਕੰਮ ਡਿਸਾਈਡ ਕਰਨਗੇ ਕਿ ਉਹ ਕੀ ਕਰ ਸਕਦੇ ਹਨ। ਉਹ ਸਭ ਦੀ ਅਲੱਗ-ਅਲੱਗ ਹੁੰਦੀ ਹੈ। ਇਹ ਕੋਈ ਜ਼ਰੂਰੀ ਨਹੀਂ ਹੈ ਕਿ ਜੋ ਲੜਕੀਆਂ ਹਨ ਉਹ ਸਿਰਫ ਲੜਕੀਆਂ ਵਾਲੇ ਹੀ ਕੰਮ ਕਰਨਗੀਆਂ। ਲੜਕੀਆਂ ਵਾਲੇ ਕੰਮ ਕੀ ਜਿਹੜੇ ਅਸੀਂ ਮੰਨ ਲਏ ਕਿ ਲੜਕੀਆਂ ਕਰਦੀਆਂ ਹਨ। ਇਸ ਲਈ ਅਸੀਂ ਕਲਾਸ ਦੇ ਵਿੱਚ ਕੁਝ ਅਜਿਹੀਆਂ ਐਕਟੀਵਿਟੀਜ਼ ਕਰਾਂਗੇ, ਜਿਵੇਂ ਇੱਕ ਟੋਆ ਪੱਟਣਾ ਹੈ। ਲੜਕੇ ਵੀ ਟੋਆ ਪੱਟਣਗੇ ਤੇ ਲੜਕੀਆਂ ਵੀ ਟੋਆ ਪੱਟਣਗੀਆਂ। ਇਹ ਜ਼ਰੂਰੀ ਨਹੀਂ ਹੈ ਕਿ ਜੇ ਪੌਦੇ ਲਾਉਣ ਦਾ ਕੰਮ ਹੈ ਤਾਂ ਉਹ ਸਿਰਫ ਲੜਕਿਆਂ ਨੂੰ ਦਿੱਤਾ ਜਾਏਗਾ। ਠੀਕ ਹੈ, ਤੇ ਜੇ ਪਾਣੀ ਦੇਣ ਦਾ ਕੰਮ ਹੈ ਤਾਂ ਲੜਕੀਆਂ ਨੂੰ। ਨੋ, ਇਟ ਇਜ਼ ਨਾਟ ਲਾਈਕ ਦੈਟ। ਥਿੰਗਸ ਆਰ ਚੇਂਜਡ, ਥਿੰਗਸ ਹੈਵ ਚੇਂਜਡ ਐਂਡ ਦੇ ਵਿਲ ਬੀ ਚੇਂਜਡ। ਆਪਾਂ ਉਹਨਾਂ ਚੀਜ਼ਾਂ ਨੂੰ, ਉਹਨਾਂ ਸੋਚਾਂ ਨੂੰ, ਉਹਨਾਂ ਸਾਰੀ ਪੁਰਾਣੀ ਮਾਨਸਿਕਤਾ ਨੂੰ ਕਿਤੇ ਨਾ ਕਿਤੇ ਬਦਲ ਦੇਣਾ ਹੈ। ਆਪਾਂ ਉਹ ਕੰਮ ਕਰਨੇ ਹਨ ਜਿਹੜੇ ਬਿਲਕੁਲ ਨਿਵੇਕਲੇ ਹਨ। ਜਿਵੇਂ ਘਰ ਦੇ ਵਿੱਚ ਮਹਿਮਾਨ ਆਏ ਜਾਂ ਸਕੂਲ ਦੇ ਵਿੱਚ ਕੋਈ ਫੰਕਸ਼ਨ ਹੈ, ਹਮੇਸ਼ਾ ਹੀ ਤੁਸੀਂ ਦੇਖਿਆ ਹੈ ਕਿ ਸਰਵ ਕੌਣ ਕਰਦਾ ਹੈ? ਟੀ। ਲੜਕੀਆਂ ਨਹੀਂ, ਆਪਾਂ ਉਸ ਨੂੰ ਬਦਲ ਦਾਂਗੇ, ਲੜਕੇ ਟੀ ਸਰਵ ਕਰਨਗੇ। ਜਿੱਥੇ ਡਿਸਟ੍ਰੀਬਿਊਸ਼ਨ ਹੋ ਰਹੀ ਹੈ ਕਿਸੇ ਚੀਜ਼ ਦੀ ਜਾਂ ਕੋਈ ਬੁੱਕਸ ਵੰਡਣੀਆਂ ਹਨ ਤੇ ਫੜਾਉਣੀਆਂ ਹਨ, ਉਹ ਲੜਕੀਆਂ ਫੜਾ ਸਕਦੀਆਂ ਹਨ। ਅਕਸਰ ਇਹ ਦੇਖਣ ਵਿੱਚ ਵੀ ਆਉਂਦਾ ਹੈ, ਮੈਂ ਆਪਣੇ ਨਿੱਜੀ ਤਜਰਬੇ ਤੋਂ ਇਹ ਚੀਜ਼ ਕਹਿ ਸਕਦੀ ਹਾਂ ਕਿ ਬੱਚੇ ਬਹੁਤ ਮਾਈਂਡ ਕਰਦੇ ਨੇ, ਖਾਸ ਤੌਰ ਤੇ ਬॉयਜ਼ ਇਸ ਗੱਲ ਦਾ, ਕਿ ਮੈਡਮ ਹਮੇਸ਼ਾ ਲੜਕੀਆਂ ਨੂੰ ਹੀ ਮੋਨੀਟਰ ਬਣਾਉਂਦੀ ਹਨ। ਕਿਉਂਕਿ ਸਾਨੂੰ ਇਦਾਂ ਲੱਗਦਾ ਹੈ ਕਿ ਲੜਕੀਆਂ ਜ਼ਿਆਦਾ ਰਿਸਪੌਂਸਿਬਲ ਹੁੰਦੀਆਂ ਹਨ, ਉਹ ਜ਼ਿਆਦਾ ਕਹਿਣਾ ਮੰਨਦੀਆਂ ਹਨ, ਅਵੇਲੇਬਲ ਹੁੰਦੀਆਂ ਹਨ ਤੇ ਉਹ ਸਾਡਾ ਕੰਮ ਸੌਖਾ ਕਰ ਦਿੰਦੀਆਂ ਹਨ। ਪਰ ਲੜਕੇ ਵੀ ਮੋਨੀਟਰ ਬਣ ਸਕਦੇ ਹਨ ਔਰ ਉਨੀ ਹੀ ਜ਼ਿੰਮੇਵਾਰੀ ਨਾਲ ਉਹ ਕੰਮ ਨਿਭਾ ਸਕਦੇ ਹਨ। ਸਿਮਿਲਰਲੀ ਲੜਕੀਆਂ ਵੀ ਪ੍ਰੀਫੈਕਟ ਬਣ ਸਕਦੀਆਂ ਹਨ। ਉਹ ਪ੍ਰੀਫੈਕਟ ਦਾ ਕੰਮ, ਡਿਸਪਲਿਨ ਮੇਨਟੇਨੈਂਸ ਦਾ ਕੰਮ ਬਹੁਤ ਅੱਛੀ ਤਰ੍ਹਾਂ ਕਰ ਸਕਦੇ ਹਨ। ਸੋ ਅਸੀਂ ਇਸ ਚੀਜ਼ ਨੂੰ ਬਹੁਤ ਧਿਆਨ ਵਿੱਚ ਰੱਖਣਾ। ਸਾਡਾ ਇਸੇ ਵਿਸ਼ੇ ਦਾ ਸਬ ਟੌਪਿਕ ਹੈ ਟਾਈਮ ਮੈਨੇਜਮੈਂਟ। ਟਾਈਮ ਮੈਨੇਜਮੈਂਟ ਬਹੁਤ ਜ਼ਰੂਰੀ ਹੈ ਕਿਉਂਕਿ ਸਮਾਂ ਇੱਕ ਅਜਿਹਾ ਧਨ ਹੈ ਜਿਹੜਾ ਵਾਪਸ ਨਹੀਂ ਆਉਂਦਾ। ਅਸੀਂ ਜ਼ਿੰਦਗੀ ਦੇ ਵਿੱਚ ਹਰ ਚੀਜ਼ ਨੂੰ ਦੁਬਾਰਾ ਪ੍ਰਾਪਤ ਕਰ ਸਕਦੇ ਹਾਂ, ਪਰ ਬੀਤ ਗਈ ਉਮਰ ਤੇ ਬੀਤ ਗਿਆ ਸਮਾਂ ਕਦੀ ਵਾਪਸ ਨਹੀਂ ਆਉਂਦੇ। ਸਮੇਂ ਦੇ ਬਾਰੇ ਵਿੱਚ ਇੱਕ ਬਹੁਤ ਮਸ਼ਹੂਰ ਕਵਿਤਾ ਵੀ ਹੈ, ਮੈਂ ਰਹੀ ਵਾਸਤੇ ਕੱਤ ਸਮੇਂ ਨੇ ਇੱਕ ਨਾ ਮੰਨੀ, ਮੈਂ ਫੜ ਰਹੀ ਤਰੀਕ ਸਮੇਂ ਖਿਸਕਾਈ ਕੰਨੀ, ਤ੍ਰਿਖੇ ਇਸ ਦੇ ਵੇਗ ਗਿਆ ਟੱਪ ਬੰਨੇ ਬੰਨੀ,
मतलब ਸਮਾਂ ਇੰਨੀ ਤੇਜ਼ੀ ਨਾਲ ਚੱਲਦਾ ਹੈ, ਇੰਨੀ ਸਪੀਡ ਤੇ ਜਾਂਦਾ ਹੈ ਕਿ ਸਾਡੇ ਹੱਥੋਂ ਨਿਕਲਦਾ ਹੀ ਜਾ ਰਿਹਾ ਹੈ। ਜਿਵੇਂ ਮੁੱਠੀ ਦੇ ਵਿੱਚ ਬੱਚੇ ਰੇਤ ਹੁੰਦੀ ਹੈ ਨਾ, ਰੇਤ ਹੱਥ ਚੋਂ ਗਿਰਦੀ ਜਾਂਦੀ ਹੈ, ਠੀਕ ਉਸੇ ਤਰ੍ਹਾਂ ਸਮਾਂ ਸਾਡੇ ਹੱਥਾਂ ਦੇ ਵਿੱਚੋਂ ਨਿਕਲਦਾ ਜਾ ਰਿਹਾ ਹੈ। ਇਸ ਲਈ ਸਾਨੂੰ ਆਪਣੇ ਸਮੇਂ ਨੂੰ ਸਹੀ ਤਰੀਕੇ ਨਾਲ ਵਰਤਣਾ ਆਉਣਾ ਬਹੁਤ ਜ਼ਰੂਰੀ ਹੈ। ਇਹ ਸਭ ਤੋਂ ਇੰਪੋਰਟੈਂਟ ਜਿਹੜਾ ਪੁਆਇੰਟ ਹੈ ਸਾਡੀ ਜ਼ਿੰਦਗੀ ਦਾ, ਕਿ ਅਸੀਂ ਆਪਣੇ ਸਮੇਂ ਦੀ ਸਹੀ ਵਰਤੋਂ ਕਰਨਾ ਸਿੱਖੀਏ, ਅਜਾਈ ਨਾ ਗਵਾਈਏ ਇਸ ਸਮੇਂ ਨੂੰ। ਅਕਸਰ ਕੀ ਕਰਦੇ ਹਾਂ, ਅਸੀਂ ਅੱਜ ਦਾ ਕੰਮ ਕੱਲ ਤੇ ਛੱਡ ਦਿੰਦੇ ਹਾਂ ਤੇ ਉਹ ਕੰਮ ਕਦੀ ਹੁੰਦਾ ਹੀ ਨਹੀਂ, ਤੇ ਇਸ ਵਿੱਚ ਅਸੀਂ ਜ਼ਿੰਦਗੀ ਵਿੱਚ ਬਹੁਤ ਪਿੱਛੇ ਪੈ ਜਾਂਦੇ ਹਾਂ। ਇੱਥੇ ਕ੍ਰਿਟੀਕਲ ਥਿੰਕਿੰਗ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੀ ਹੈ। ਤੁਸੀਂ ਕੀ ਕਰਨਾ ਹੈ, ਤੁਸੀਂ ਆਪਣਾ ਇੱਕ ਟਾਈਮ ਟੇਬਲ ਬਣਾਉਣਾ ਹੈ, ਉਸ ਟਾਈਮ ਟੇਬਲ ਨੂੰ ਤੁਸੀਂ 7 ਡੇਜ਼ ਲਈ ਫੋਲੋ ਕਰਨਾ ਹੈ। ਤੁਸੀਂ ਕੀ ਕਰਨਾ ਹੈ, ਤੁਸੀਂ ਆਪਣੀ ਹਰ ਐਕਟੀਵਿਟੀ ਤੇ ਸਪੈਂਡ ਕੀਤਾ ਗਿਆ ਟਾਈਮ ਲਿਖਣਾ ਹੈ। ਤੁਸੀਂ ਦਿਨ ਦੇ ਵਿੱਚ ਕਿੰਨੇ ਘੰਟੇ ਪੜ੍ਹੇ, ਕਿੰਨੇ ਘੰਟੇ ਤੁਸੀਂ ਆਪਣੇ ਤਿਆਰ ਹੋਣ ਵਿੱਚ ਲਗਾਏ, ਕਿੰਨੇ ਘੰਟੇ ਤੁਸੀਂ ਆਪਣੇ ਫਰੈਂਡਸ ਨਾਲ ਖੇਡਣ 'ਚ ਲਗਾਏ, ਕਿੰਨੇ ਘੰਟੇ ਤੁਸੀਂ ਗੱਲਾਂ ਕਰਨ 'ਚ ਲਗਾਏ, ਕਿੰਨੇ ਘੰਟੇ ਤੁਸੀਂ ਮੋਬਾਈਲ ਦੀ ਵਰਤੋਂ ਕੀਤੀ ਜਿਹੜੀ ਕਿ ਜ਼ਰੂਰੀ ਨਹੀਂ ਸੀ, ਕਿਸੇ ਕ੍ਰੀਏਟਿਵ ਕੰਮ ਲਈ ਕੀਤੀ ਗਈ ਵਰਤੋਂ ਇਜ਼ ਓਕੇ, ਠੀਕ ਹੈ। ਤੁਸੀਂ 7 ਡੇਜ਼ ਤੱਕ ਆਪਣਾ ਇਹ ਰੂਟੀਨ ਜਿਹੜਾ ਹੈ ਉਹਨੂੰ ਨੋਟ ਕਰਦੇ ਜਾਣਾ ਹੈ ਇੱਕ ਕਾਪੀ ਦੇ ਵਿੱਚ, ਠੀਕ ਹੈ। ਤੁਹਾਨੂੰ ਪਤਾ ਲੱਗ ਜਾਏਗਾ ਆਫਟਰ 7 ਡੇਜ਼ ਜਦੋਂ ਤੁਸੀਂ ਉਹਨੂੰ ਚੈੱਕ ਕਰੋਗੇ ਕਿ ਤੁਸੀਂ ਕਿੰਨਾ ਟਾਈਮ ਕਿਸ ਐਕਟੀਵਿਟੀ ਤੇ ਬਿਤਾਇਆ, ਤੇ ਫਿਰ ਤੁਹਾਨੂੰ ਆਪਣੇ ਆਪ ਹੀ ਸਮਝ ਆ ਜਾਏਗੀ ਕਿ ਕਿੱਥੇ ਟਾਈਮ ਤੁਸੀਂ ਗਲਤ ਸਪੈਂਡ ਕੀਤਾ ਹੈ, ਕੀ ਤੁਹਾਨੂੰ ਕਰਨਾ ਚਾਹੀਦਾ ਸੀ ਤੇ ਕੀ ਤੁਹਾਨੂੰ ਨਹੀਂ ਕਰਨਾ ਚਾਹੀਦਾ ਸੀ। ਇਹ ਬਹੁਤ ਜ਼ਰੂਰੀ ਹੈ ਬੱਚੇ ਇਸ ਚੀਜ਼ ਨੂੰ ਸਮਝ ਲੈਣਾ ਕਿ ਸਮੇਂ ਦੀ ਸਹੀ ਵਰਤੋਂ ਕਿਵੇਂ ਹੋ ਸਕਦੀ ਹੈ। ਦੇਖੋ, ਇੱਕ ਉਮਰ ਹੈ ਪੜ੍ਹਾਈ ਦੀ, ਠੀਕ, ਇਸ ਉਮਰ ਦੇ ਵਿੱਚ ਜੇ ਤੁਸੀਂ ਪੜ੍ਹਾਈ ਲਈ ਸਮਾਂ ਨਹੀਂ ਰੱਖਿਆ ਤਾਂ ਤੁਸੀਂ ਸਮੇਂ ਨੂੰ ਗਵਾ ਰਹੇ ਹੋ। ਪੇਪਰ ਇੱਕ ਫਿਕਸ ਟਾਈਮ ਤੇ ਹੋਣੇ ਹੀ ਹੋਣੇ ਹੈ, ਠੀਕ ਹੈ। ਆਪਾਂ ਹਰ ਰੋਜ਼ ਸੋਚਦੇ ਹਾਂ, ਮੈਂ ਤੁਹਾਨੂੰ ਇੱਕ ਬੱਚੇ ਦੀ ਐਗਜ਼ਾਮਪਲ ਦਿੰਨੀ ਆ, ਉਹ ਜਦੋਂ ਵੀ ਪੜ੍ਹਨਾ ਹੁੰਦਾ ਸੋਚਦਾ ਮੈਂ ਕੱਲ ਤੋਂ ਸ਼ੁਰੂ ਕਰੂੰਗਾ, ਠੀਕ ਹੈ। ਦ ਵੈਰੀ ਨੈਕਸਟ ਡੇ ਉਹ ਫਿਰ ਸੋਚਦਾ ਮੈਂ ਕੱਲ ਤੋਂ ਸ਼ੁਰੂ ਕਰੂੰਗਾ, ਐਂਡ ਦ ਵੈਰੀ ਨੈਕਸਟ ਡੇ ਫਿਰ ਉਹ ਸੋਚਦਾ ਮੈਂ ਕੱਲ ਤੋਂ ਸ਼ੁਰੂ ਕਰੂੰਗਾ। ਹੁਣ ਤੁਸੀਂ ਦੱਸੋ ਕਿ ਇਨਸਾਨ ਦੀ ਜ਼ਿੰਦਗੀ ਵਿੱਚ ਕੱਲ ਕਦੀ ਆਉਂਦਾ ਹੈ? ਨੋ, ਕਿਉਂਕਿ ਜਦੋਂ ਕੱਲ ਆ ਜਾਂਦਾ ਹੈ ਉਹ ਤਾਂ ਅੱਜ ਬਣ ਜਾਂਦਾ ਹੈ, ਠੀਕ ਹੈ ਨਾ, ਕੱਲ ਤਾਂ ਰਿਹਾ ਹੀ ਨਹੀਂ। ਸੋ ਮਨੁੱਖ ਦੀ ਜ਼ਿੰਦਗੀ ਵਿੱਚ ਕੱਲ ਕਦੀ ਨਹੀਂ ਆਉਂਦਾ, ਇਸ ਗੱਲ ਨੂੰ ਪੱਲੇ ਬੰਨ੍ਹ ਲੈਣਾ ਹੈ। ਔਰ ਬੇਟਾ ਇਸ ਚੀਜ਼ ਨੂੰ ਸਮਝ ਲੈਣਾ ਹੈ ਕਿ ਸਮੇਂ ਦੀ ਸਹੀ ਵਰਤੋਂ ਸਾਨੂੰ ਜ਼ਿੰਦਗੀ ਵਿੱਚ ਅਰਸ਼ ਤੋਂ ਫਰਸ਼ ਤੱਕ ਤੇ ਫਰਸ਼ ਤੋਂ ਅਰਸ਼ ਤੱਕ ਲਿਜਾ ਸਕਦੀ ਹੈ। ਸਮੇਂ ਦੀ ਸਹੀ ਵਰਤੋਂ ਸਾਨੂੰ ਫਰਸ਼ ਤੋਂ ਅਰਸ਼ ਤੱਕ ਲਿਜਾ ਸਕਦੀ ਹੈ ਤੇ ਸਮੇਂ ਦੀ ਗਲਤ ਵਰਤੋਂ ਸਾਨੂੰ ਅਰਸ਼ ਤੋਂ ਫਰਸ਼ ਤੱਕ ਲਿਜਾ ਸਕਦੀ ਹੈ। ਅਸੀਂ ਆਪਣੇ ਸਮੇਂ ਨੂੰ ਸਹੀ ਤਰੀਕੇ ਨਾਲ ਵਰਤਣਾ ਹੈ। ਅਰਸ਼ ਹੁੰਦਾ ਆਸਮਾਨ। ਹਰ ਬੱਚਾ ਸਕਸੈਸਫੁਲ ਹੋਣਾ ਚਾਹੁੰਦਾ ਹੈ, ਹਰ ਬੱਚਾ ਮਸ਼ਹੂਰ ਹੋਣਾ ਚਾਹੁੰਦਾ ਹੈ, ਹਰ ਬੱਚਾ ਜ਼ਿੰਦਗੀ ਵਿੱਚ ਕੁਝ ਕਰਨਾ ਚਾਹੁੰਦਾ ਹੈ, ਹਰ ਬੱਚਾ ਇਹ ਸੋਚਦਾ ਹੈ ਕਿ ਮੈਂ ਕੁਝ ਵੱਡਾ ਕਰਾਂ, ਮੇਰੇ ਕੋਲ ਹਰ ਉਹ ਸਹੂਲਤ ਹੋਏ ਜੋ ਮੈਨੂੰ ਚੰਗੀ ਲੱਗਦੀ ਹੈ, ਜੋ ਮੈਂ ਚਾਹੁੰਦਾ ਹਾਂ ਕਿ ਜ਼ਿੰਦਗੀ ਨੂੰ ਆਸਾਨ ਬਣਾਏ। ਪਰ ਉਸ ਲਈ ਸਭ ਤੋਂ ਜ਼ਰੂਰੀ ਹੈ ਮਿਹਨਤ ਤੇ ਸਮੇਂ ਦੀ ਸਹੀ ਵਰਤੋਂ। ਮਿਹਨਤ ਵੀ ਤਾਂ ਹੀ ਕੰਮ ਆਉਂਦੀ ਹੈ ਜੇ ਅਸੀਂ ਸਮੇਂ ਨੂੰ ਸਹੀ ਤਰੀਕੇ ਨਾਲ ਵਰਤਿਆ ਹੋਵੇ। ਜੇ ਅਸੀਂ ਸਮੇਂ ਨੂੰ ਸਹੀ ਤਰੀਕੇ ਨਾਲ ਨਹੀਂ ਵਰਤਦੇ ਤਾਂ ਉਹ ਮਿਹਨਤ ਵੀ ਕਿਸੇ ਅਰਥ ਨਹੀਂ ਆਉਂਦੀ, ਕਿਉਂਕਿ ਇੱਕ ਡਾਇਰੈਕਸ਼ਨ ਦੇ ਵਿੱਚ ਕੀਤੀ ਹੋਈ ਮਿਹਨਤ, ਇੱਕ ਸਹੀ ਦਿਸ਼ਾ ਦੇ ਵਿੱਚ ਪੁੱਟੇ ਹੋਏ ਕਦਮ ਹੀ ਸਾਨੂੰ ਮੰਜ਼ਿਲ ਤੇ ਲੈ ਜਾਂਦੇ ਹਨ। ਜਿੰਨਾ ਮਰਜ਼ੀ ਇੱਧਰ ਉੱਧਰ ਭਟਕਦੇ ਰਹੀਏ ਉਸਨੇ ਸਾਨੂੰ ਮੰਜ਼ਿਲ ਤੇ ਨਹੀਂ ਪਹੁੰਚਾਉਣਾ ਹੈ। ਇਸ ਨਾਲ ਰਿਲੇਟਡ ਜਿਹੜੀ ਐਕਟੀਵਿਟੀ ਮੈਂ ਤੁਹਾਨੂੰ ਦੱਸੀ ਹੈ ਇਹ ਤੁਸੀਂ ਕਰਨੀ ਹੈ। ਚਾਰਟ ਤੁਹਾਨੂੰ ਹੁਣੇ ਦਿਖਾਇਆ ਜਾਏਗਾ, ਉਸ ਚਾਰਟ ਦੇ ਅਕੋਰਡਿੰਗ ਤੁਸੀਂ ਆਪਣੀ ਡੇਲੀ ਡਾਇਰੀ 7 ਡੇਜ਼ ਤੱਕ ਲਿਖਣੀ ਹੈ, ਆਪਣੀ ਰੂਟੀਨ ਲਿਖਣੀ ਹੈ ਕਿ ਤੁਸੀਂ ਕੀ ਕਰਦੇ ਹੋ। ਐਂਡ ਵਿੱਚ ਜਦੋਂ ਤੁਸੀਂ ਕੈਲਕੂਲੇਸ਼ਨ ਕਰੋਗੇ ਦੈਨ ਯੂ ਵਿਲ ਕਮ ਟੂ ਨੋ ਕਿ ਤੁਸੀਂ ਕਿੱਥੇ ਟਾਈਮ ਬਰਬਾਦ ਕੀਤਾ ਤੇ ਕਿੱਥੇ ਟਾਈਮ ਨੂੰ ਸਹੀ ਵਰਤਿਆ। ਦਿਨ ਦੇ ਵਿੱਚ ਬੱਚੇ 24 ਘੰਟੇ ਹੁੰਦੇ ਹਨ ਔਰ ਆਪਣੇ ਆਪ ਵਿੱਚ 24 ਘੰਟੇ ਬਹੁਤ ਜ਼ਿਆਦਾ ਹੁੰਦੇ ਹਨ। ਜਿਹੜੇ ਅੱਜ ਸਾਨੂੰ ਲੱਗਦਾ ਹੈ ਕਿ ਬਹੁਤ ਬੁਲੰਦੀਆਂ ਤੇ ਪਹੁੰਚੇ ਹੋਏ ਲੋਕ ਹਨ, ਉਹ ਸਮਾਂ ਸੌਣ ਦੇ ਵਿੱਚ ਨਹੀਂ ਗਵਾਉਂਦੇ। ਸਾਰਾ ਸਮਾਂ ਸੁੱਤੇ ਰਹਿਣਾ ਵੀ ਕੋਈ ਸਮਝਦਾਰੀ ਨਹੀਂ ਹੈ। ਨੀਂਦ 6 ਤੋਂ 8 ਘੰਟੇ ਦੀ ਜ਼ਰੂਰੀ ਹੈ, ਉਨੀ ਨੀਂਦ ਲਓ। ਜਿਹੜਾ ਬੱਚਾ ਰਾਤ ਨੂੰ ਬੈਟਰ ਪੜ੍ਹ ਸਕਦਾ ਹੈ ਉਹ ਰਾਤ ਨੂੰ ਪੜ੍ਹੇ, ਜਿਹੜਾ ਸਵੇਰੇ ਬੈਟਰ ਪੜ੍ਹ ਸਕਦਾ ਹੈ ਉਹ ਸਵੇਰੇ ਪੜ੍ਹੇ, ਕਿਉਂਕਿ ਸਾਡਾ ਬਾਇਓਲੋਜੀਕਲ ਕਲੌਕ ਹੈ। ਹਰ ਬੰਦੇ ਦੀ ਬੋਡੀ ਦਾ ਆਪਣਾ ਇੱਕ ਸਿਸਟਮ ਹੈ। ਕੁਝ ਲੋਕ ਸਵੇਰੇ ਨਹੀਂ ਉੱਠ ਸਕਦੇ ਜਲਦੀ, ਪਰ ਉਹ ਰਾਤ ਨੂੰ ਦੇਰ ਤੱਕ ਜਾਗਦੇ ਹਨ ਤੇ ਪੜ੍ਹ ਲੈਂਦੇ ਹਨ। ਔਰ ਇਸ ਦੇ ਵਿਪਰੀਤ ਕੁਝ ਬੰਦੇ ਸਵੇਰੇ ਜਲਦੀ ਉੱਠ ਜਾਂਦੇ ਹਨ, ਉਹਨਾਂ ਨੂੰ ਸਵੇਰ ਦਾ ਯਾਦ ਕੀਤਾ ਬਹੁਤ ਦੇਰ ਤੱਕ ਯਾਦ ਰਹਿੰਦਾ ਹੈ। ਸੋ ਜਿਵੇਂ ਵੀ ਤੁਹਾਡੀ ਬੋਡੀ ਨੂੰ ਸੂਟੇਬਲ ਹੈ ਉਸ ਦੇ ਅਕੋਰਡਿੰਗ ਤੁਸੀਂ ਆਪਣੀ ਟਾਈਮ ਮੈਨੇਜਮੈਂਟ ਕਰਨੀ ਹੈ। ਤੁਸੀਂ ਆਪਣੇ ਸਮੇਂ ਨੂੰ ਮੈਕਸਿਮਮ ਯੂਜ਼ ਕਰਨਾ ਹੈ ਟੂ ਮੇਕ ਦ ਮੈਕਸਿਮਮ ਆਫ ਇਟ। ਕਿਉਂਕਿ ਦੇਖੋ ਐਵੇਂ ਆਪਾਂ ਸਮੇਂ ਨੂੰ ਗਵਾ ਲਈਏ ਤੇ ਬਾਅਦ ਚ ਪਛਤਾਈ ਜਾਈਏ, ਉਹਦਾ ਕੋਈ ਫਾਇਦਾ ਨਹੀਂ ਹੈ। ਔਰ ਜਦੋਂ ਪਛਤਾਵਾ ਆਉਂਦਾ ਹੈ, ਕਹਿੰਦੇ ਨਾ ਅਬ ਪਛਤਾਏ ਹੋਤ ਕਿਆ ਜਬ ਚਿੜੀਆ ਚੁਗ ਗਈ ਖੇਤ, ਫਿਰ ਕੀ ਫਾਇਦਾ। ਜਦੋਂ ਨੁਕਸਾਨ ਹੋ ਚੁੱਕਾ ਹੈ ਉਦੋਂ ਕੁਝ ਨਹੀਂ ਹੋ ਸਕਦਾ। ਇਸ ਲਈ ਸਮੇਂ ਨਾਲ ਇਸ ਚੀਜ਼ ਨੂੰ ਸਮਝ ਲੈਣਾ ਹੈ, ਆਪਣਾ ਇੱਕ ਟਾਈਮ ਟੇਬਲ ਨਿਰਧਾਰਿਤ ਕਰਨਾ ਹੈ ਕਿ ਮੈਂ ਦਿਨ ਵਿੱਚ ਇਹ ਕਰਨਾ ਹੈ, ਮੈਂ ਇੰਨੇ ਘੰਟੇ ਇਸ ਕੰਮ ਲਈ, ਜਿੱਦਾਂ ਪੜ੍ਹਾਈ ਲਈ ਮੈਂ ਜੇ 6 ਘੰਟੇ ਲਾਉਣੇ ਹਨ ਤਾਂ ਲਾਉਣੇ ਹੀ ਹਨ। ਬੇਟੇ ਜਿਹੜੇ ਲੋਕ ਟੌਪਰ ਹੁੰਦੇ ਨੇ ਉਹ ਕੋਈ ਆਕਾਸ਼ ਤੋਂ ਉਤਰੇ ਹੋਏ ਲੋਕ ਨਹੀਂ ਹਨ, ਤੁਹਾਡੇ ਵਰਗੇ ਹੀ ਲੋਕ ਹਨ। ਸਿਰਫ ਉਹਨਾਂ ਨੇ ਆਪਣੀ એનર્ਜੀ ਨੂੰ ਇੱਕ ਰਾਈਟ ਵੇ ਦੇ ਵਿੱਚ ਕੰਸੈਂਟਰੇਟ ਕਰਕੇ
ਸਹੀ ਦਿਸ਼ਾ ਵਿੱਚ ਲਗਾਇਆ ਹੋਇਆ ਹੈ। ਉਹਨਾਂ ਨੂੰ ਪਤਾ ਹੈ ਕਿ ਉਹਨਾਂ ਨੂੰ ਕੀ ਚਾਹੀਦਾ ਹੈ ਤੇ ਉਸ ਲਈ ਉਹ ਨਿਰੰਤਰ ਕੋਸ਼ਿਸ਼ ਕਰਦੇ ਹਨ। ਤੁਸੀਂ ਵੀ ਇਹ ਕਰਨਾ ਹੈ ਕਿ ਆਪਣੇ ਸਮੇਂ ਨੂੰ ਸਹੀ ਤਰੀਕੇ ਨਾਲ ਉਹਦੀ ਵਰਤੋਂ ਕਰਨੀ ਹੈ। ਇਹ ਸੋਚਣਾ ਹੈ ਕਿ ਕੀ ਮੇਰੇ ਲਈ ਠੀਕ ਹੈ ਔਰ ਕੀ ਮੇਰੇ ਲਈ ਠੀਕ ਨਹੀਂ ਹੈ, ਮੈਂ ਕੀ ਕਰਨਾ ਹੈ ਤੇ ਕੀ ਨਹੀਂ ਕਰਨਾ ਹੈ, ਔਰ ਕਿੰਨਾ ਸਮਾਂ ਮੈਂ ਕਿਸ ਚੀਜ਼ ਨੂੰ ਦੇਣਾ ਹੈ। ਮੈਂ ਇਹ ਨਹੀਂ ਕਹਿੰਦੀ ਕਿ ਤੁਸੀਂ ਸਾਰਾ ਦਿਨ ਪੜ੍ਹਦੇ ਰਹੋ, ਮੈਂ ਇਹ ਨਹੀਂ ਕਹਿੰਦੀ ਕਿ ਤੁਸੀਂ ਕੋਈ ਕ੍ਰੀਏਟਿਵ ਕੰਮ ਨਾ ਕਰੋ, ਹਰ ਇੱਕ ਚੀਜ਼ ਦੀ ਵਰਤੋਂ ਕਰੋ। ਇਹ ਨਹੀਂ ਹੈ ਕਿ ਕੋਈ ਵੀ ਚੀਜ਼ ਬੁਰੀ ਹੈ, ਨਾ ਇੰਟਰਨੈਟ ਬੁਰਾ ਹੈ ਨਾ ਫੋਨ ਬੁਰਾ ਹੈ। ਪ੍ਰੋਬਲਮ ਕਿੱਥੇ ਹੈ? ਜਦੋਂ ਅਸੀਂ ਦੁਰਵਰਤੋਂ ਕਰਦੇ ਹਾਂ। ਸੋ ਤੁਸੀਂ ਆਪਣੇ ਟਾਈਮ ਨੂੰ ਇੱਕ ਟਾਈਮ ਟੇਬਲ ਦੇ ਅਕੋਰਡਿੰਗ ਯੂਜ਼ ਕਰਨਾ ਹੈ। ਜਦੋਂ ਤੁਸੀਂ 7 ਦਿਨ ਦੀ ਆਪਣੀ ਡੇਲੀ ਡਾਇਰੀ ਲਿਖੋਗੇ ਤੇ ਨੋਟ ਕਰੋਗੇ ਕਿ ਤੁਸੀਂ ਕੀ ਕਰਦੇ ਰਹੇ ਹੋ, ਤਾਂ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਏਗਾ ਕਿ ਕਿੱਥੇ ਸਮਾਂ ਤੁਸੀਂ ਅਜਾਈ ਗਵਾ ਦਿੱਤਾ ਹੈ। ਸੋ ਬਹੁਤ ਧਿਆਨ ਨਾਲ ਸਮੇਂ ਦੀ ਵਰਤੋਂ ਕਰਨੀ ਹੈ ਔਰ ਬਹੁਤ ਸਹੀ ਤਰੀਕੇ ਨਾਲ ਕਰਨੀ ਹੈ। ਔਰ ਇਸ ਚੀਜ਼ ਤੋਂ ਬਾਅਦ ਤੁਸੀਂ, ਮੈਂ ਯਕੀਨ ਦਿਵਾਉਂਦੀ ਹਾਂ ਕਿ ਇਸ ਤੋਂ ਬਾਅਦ ਆਪਣੇ ਆਪ ਨੂੰ ਉਹ ਘੰਟੇ ਅੱਖਾਂ ਵਿੱਚ ਰੜਕਦੇ ਰਹਿਣਗੇ ਜਿਹੜੇ ਅਸੀਂ ਵੇਸਟ ਕੀਤੇ ਹਨ, ਤੇ ਫਿਰ ਅਸੀਂ ਸਮੇਂ ਨੂੰ ਬਰਬਾਦ ਨਹੀਂ ਕਰਾਂਗੇ। ਬੱਚੇ, ਜਿਸ ਤਰ੍ਹਾਂ ਆਪਾਂ ਗੱਲ ਕੀਤੀ ਹੈ ਮੋਬਾਈਲ ਦੀ ਵਰਤੋਂ ਤੇ ਦੁਰਵਰਤੋਂ ਦੀ, ਸੋਸ਼ਲ ਮੀਡੀਆ ਅੱਜ ਜ਼ਿੰਦਗੀ ਦਾ ਇੱਕ ਅਜਿਹਾ ਹਿੱਸਾ ਬਣ ਗਿਆ ਹੈ ਜਿਸ ਨੂੰ ਅਸੀਂ ਜ਼ਿੰਦਗੀ ਚੋਂ ਕੱਢ ਨਹੀਂ ਸਕਦੇ। ਸਾਡੀ ਜ਼ਿੰਦਗੀ ਦਾ ਇੱਕ ਅਨਿੱਖੜਵਾਂ ਅੰਗ ਬਣ ਚੁੱਕਾ ਹੈ। ਸੋਸ਼ਲ ਮੀਡੀਆ ਤੋਂ ਬਿਨਾ ਅਸੀਂ ਐਗਜ਼ਿਸਟ ਹੀ ਨਹੀਂ ਕਰ ਸਕਦੇ ਅੱਜ ਦੇ ਸਮੇਂ ਦੇ ਵਿੱਚ, ਕਿਉਂਕਿ ਹਰ ਚੀਜ਼ ਜਿਹੜੀ ਹੈ ਉਹ ਇਸੇ ਦੇ ਨਾਲ ਸਰਕੂਲੇਟ ਹੋ ਰਹੀ ਹੈ, ਇਸੇ ਦੇ ਨਾਲ ਜਾਣੀ ਜਾ ਰਹੀ ਹੈ, ਔਰ ਇਹ ਸਾਡੀਆਂ ਜਾਣਕਾਰੀਆਂ ਦਾ ਇੱਕ ਬਹੁਤ ਵੱਡਾ ਸਰੋਤ ਵੀ ਹੈ। ਸਰੋਤ ਮੀਨਸ ਸੋਰਸ। ਅਸੀਂ ਮੋਬਾਈਲ, ਇੰਟਰਨੈਟ ਦੀ ਵਰਤੋਂ ਕਰਦੇ ਹਾਂ। ਕੋਈ ਵੀ ਚੀਜ਼ ਬੁਰੀ ਜਾਂ ਚੰਗੀ ਨਹੀਂ ਹੁੰਦੀ, ਡਿਪੈਂਡ ਕਰਦਾ ਹੈ ਕਿ ਅਸੀਂ ਉਸ ਨੂੰ ਕਿਸ ਤਰੀਕੇ ਨਾਲ ਵਰਤਦੇ ਹਾਂ। ਇੱਕ ਮੋਬਾਈਲ ਫੋਨ ਹੈ, ਉਹ ਆਪਣੇ ਆਪ ਵਿੱਚ ਨਾ ਚੰਗਾ ਹੈ ਨਾ ਮਾੜਾ ਹੈ, ਇਹ ਸਾਡੇ ਤੇ ਡਿਪੈਂਡ ਕਰਦਾ ਹੈ ਕਿ ਅਸੀਂ ਉਸ ਦੀ ਵਰਤੋਂ ਕਿਵੇਂ ਕਰਦੇ ਹਾਂ। ਦੇਖੋ, ਮੋਬਾਈਲ ਫੋਨ ਨੇ ਸਾਡੀ ਜ਼ਿੰਦਗੀ ਕਿੰਨੀ ਸੌਖੀ ਕਰ ਦਿੱਤੀ ਹੈ। ਇੱਕ ਛੋਟਾ ਜਿਹਾ ਫੋਨ ਸਾਡੇ ਹੱਥ ਵਿੱਚ ਹੈ, ਕੋਈ ਤਾਰ ਨਹੀਂ ਹੈ, ਕੋਈ ਕਨੈਕਸ਼ਨ ਨਹੀਂ ਹੈ, ਔਰ ਅਸੀਂ ਕਿਸੇ ਨਾਲ ਵੀ ਕਿਸੇ ਸਮੇਂ ਵੀ ਗੱਲ ਕਰ ਸਕਦੇ ਹਾਂ। ਅਸੀਂ ਆਪਣੇ ਮਾਤਾ ਪਿਤਾ ਦੇ ਕੰਟੈਕਟ ਵਿੱਚ ਰਹਿੰਦੇ ਹਾਂ। ਸਾਡੇ ਪਿਤਾ ਜੀ ਅਗਰ ਕਿਤੇ ਬਾਹਰ ਗਏ ਹਨ ਤਾਂ ਸਾਨੂੰ ਪਤਾ ਰਹਿੰਦਾ ਹੈ, ਉਹਨਾਂ ਦੇ ਬਾਰੇ ਸੁੱਖ ਸੁਨੇਹਾ ਮਿਲਦਾ ਰਹਿੰਦਾ ਹੈ। ਸਾਡੇ ਜਿਹੜੇ ਰਿਲੇਟਿਵਸ ਹਨ ਦੂਰ ਦੂਰ ਤੱਕ, ਉਹਨਾਂ ਨਾਲ ਅਸੀਂ ਜੁੜ ਜਾਂਦੇ ਹਾਂ। ਠੀਕ ਇਸੇ ਤਰ੍ਹਾਂ ਸੋਸ਼ਲ ਮੀਡੀਆ ਹੈ, ਜਿੱਦਾਂ ਸੋਸ਼ਲ ਸਾਈਟਸ ਨੇ, ਫੇਸਬੁੱਕ ਲੈ ਲਓ, ਇੰਸਟਾਗ੍ਰਾਮ ਲੈ ਲਓ, ਉਹਦੇ ਵਿੱਚ ਸਦੀਆਂ ਦੇ ਵਿਛੜੇ ਹੋਏ ਲੋਕ ਮਿਲੇ ਹਨ। ਸਾਡੇ ਬਚਪਨ ਦੇ ਦੋਸਤ ਸਾਡੇ ਨਾਲ ਜੁੜੇ ਰਹਿੰਦੇ ਹਨ। ਸਾਡੇ ਰਿਸ਼ਤੇਦਾਰ, ਦੂਰ ਦੂਰ ਦੀਆਂ ਰਿਸ਼ਤੇਦਾਰੀਆਂ ਦੇ ਲੋਕ ਵੀ ਸਾਡੇ ਨਾਲ ਜੁੜ ਜਾਂਦੇ ਹਨ। ਪਰ ਪ੍ਰੋਬਲਮ ਕਿੱਥੇ ਆਉਂਦੀ ਹੈ? ਅਗਰ ਇੰਟਰਨੈਟ ਜਿਹੜਾ ਹੈ ਉਹਨੇ ਸਾਨੂੰ ਇੰਨਾ ਗਿਆਨ ਦਿੱਤਾ ਹੈ, ਅਸੀਮਿਤ ਗਿਆਨ, ਦੁਨੀਆ ਦੀ ਕਿਸੇ ਚੀਜ਼ ਬਾਰੇ ਵੀ ਪਤਾ ਕਰਨਾ ਹੋਵੇ, ਗੂਗਲ ਸਰਚ ਕਰੋ ਐਂਡ ਵਿਦਿਨ ਸੈਕਿੰਡਸ ਦ ਇਨਫੋਰਮੇਸ਼ਨ ਇਜ਼ ਵਿਦ ਯੂ ਆਰ ਗੈਟਿੰਗ ਦ ਇਨਫੋਰਮੇਸ਼ਨ। ਠੀਕ ਹੈ ਨਾ, ਕਿੰਨਾ ਸੌਖਾ ਹੋ ਗਿਆ ਹੈ। ਕਿਸੇ ਜ਼ਮਾਨੇ ਦੇ ਵਿੱਚ ਇਹੀ ਨੌਲੇਜ ਪ੍ਰਾਪਤ ਕਰਨੀ ਬਹੁਤ ਔਖੀ ਸੀ। ਫਿਰ ਪ੍ਰੋਬਲਮ ਕਿੱਥੇ ਆ ਰਹੀ ਹੈ? ਕਿੱਥੇ ਹੈ ਉਹ ਪ੍ਰੋਬਲਮ ਜਿੱਥੇ ਅਸੀਂ ਇਹ ਕਹਿੰਦੇ ਹਾਂ ਕਿ ਵੀ ਸਾਨੂੰ ਇਸ ਦੀ ਦੁਰਵਰਤੋਂ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਇਸ ਸ਼ਬਦ ਦੀ ਜ਼ਰੂਰਤ ਹੀ ਕਿਉਂ ਪਈ ਸਾਨੂੰ? ਇਹਨਾਂ ਗੱਲਾਂ ਦੀ ਜ਼ਰੂਰਤ ਹੀ ਕਿਉਂ ਪੈਂਦੀ ਹੈ? ਜ਼ਰੂਰਤ ਕਿੱਥੇ ਪੈਂਦੀ ਹੈ? ਜਦੋਂ ਅਸੀਂ ਉਸ ਚੀਜ਼ ਦੀ ਸਹੀ ਵਰਤੋਂ ਨਹੀਂ ਕਰਦੇ। ਫੋਨ ਕਿਸ ਵਾਸਤੇ ਹੈ? ਫੋਨ ਹੈ ਕੋਈ ਜ਼ਰੂਰੀ ਸੁਨੇਹਾ ਦੇਣ ਲਈ, ਜਿਹੜਾ ਕਿ ਇੱਕ ਛੋਟੇ ਜਿਹੇ ਇੱਕ ਸੀਮਿਤ ਸਮੇਂ ਦੇ ਵਿੱਚ ਦਿੱਤਾ ਜਾ ਸਕਦਾ ਹੈ। ਪਰ ਜੇ ਅਸੀਂ ਫੋਨ ਕਰਕੇ ਅੱਧਾ ਪੌਣਾ ਘੰਟਾ ਗੱਪਾਂ ਹੀ ਮਾਰੀ ਜਾਂਦੇ ਹਾਂ, then it is not the problem with mobile, the problem is with us, our mindset। ਹੈ ਨਾ, ਮੋਬਾਈਲ ਦੀ ਤਾਂ ਕੋਈ ਗਲਤੀ ਨਹੀਂ ਹੈ, ਉਹਨੂੰ ਤਾਂ ਤੁਸੀਂ ਇਸਤੇਮਾਲ ਕਰ ਰਹੇ ਹੋ, ਉਹ ਤਾਂ ਤੁਹਾਡੇ ਅਕੋਰਡਿੰਗ ਚੱਲ ਰਿਹਾ। ਜੇ ਤੁਸੀਂ ਔਨ ਕਰ ਲਿਆ ਤਾਂ ਔਨ ਹੈ, ਆਫ ਕਰਤਾ ਤਾਂ ਆਫ। ਠੀਕ ਹੈ ਨਾ, ਮੋਬਾਈਲ ਨਾਲ ਅਸੀਂ ਉਹਦੀ ਵਰਤੋਂ ਦੇ ਨਾਲ ਨਾਲ ਆਪਣਾ ਸਮਾਂ ਵੀ ਨਸ਼ਟ ਕਰ ਰਹੇ ਹਾਂ। ਇੱਥੇ ਮੋਬਾਈਲ ਦੀ ਦੁਰਵਰਤੋਂ ਹੋ ਰਹੀ ਹੈ। ਕਸੂਰ ਮੋਬਾਈਲ ਦਾ ਨਹੀਂ ਹੈ, ਕਸੂਰ ਸਾਡਾ ਹੈ। ਠੀਕ ਇਸੇ ਤਰ੍ਹਾਂ ਇੰਟਰਨੈਟ ਹੈ। ਇੰਟਰਨੈਟ ਨੇ ਸਾਰੇ ਸੰਸਾਰ ਨੂੰ, ਸਾਰੇ ਵਿਸ਼ਵ ਨੂੰ ਇੱਕ ਪਿੰਡ ਬਣਾ ਦਿੱਤਾ ਹੈ, ਗਲੋਬਲਾਈਜੇਸ਼ਨ ਕਰ ਦਿੱਤੀ ਹੈ। ਇੱਕ ਛੋਟਾ ਜਿਹਾ ਪਿੰਡ ਬਣ ਗਿਆ। ਇਟਸ ਅ ਗਲੋਬਲ ਵਿਲੇਜ, ਦ ਹੋਲ ਵਰਲਡ ਇਜ਼ ਅ ਗਲੋਬਲ ਵਿਲੇਜ। ਆਪਾਂ ਕਿਤੇ ਬੈਠੇ ਕਿਸੇ ਨਾਲ ਵੀ ਕਨੈਕਟ ਹੋ ਸਕਦੇ ਹਾਂ। ਸਾਨੂੰ ਹਰ ਤਰ੍ਹਾਂ ਦੀ ਜਾਣਕਾਰੀ ਸੈਕਿੰਡਸ ਦੇ ਵਿੱਚ ਅਵੇਲੇਬਲ ਹੋ ਜਾਂਦੀ ਹੈ। ਬਟ ਪ੍ਰੋਬਲਮ ਕਿੱਥੇ ਆ ਰਹੀ ਹੈ? ਜਦੋਂ ਅਸੀਂ ਉਹਦੀ ਦੁਰਵਰਤੋਂ ਕਰਦੇ ਹਾਂ, ਅਸੀਂ ਉਹਦੇ ਤੋਂ ਜਾਣਕਾਰੀ ਪ੍ਰਾਪਤ ਕਰਨ ਦੀ ਬਜਾਏ ਗਲਤ ਤਰ੍ਹਾਂ ਦੀ ਜਾਣਕਾਰੀ ਵੱਲ ਧਿਆਨ ਦਿੰਦੇ ਹਾਂ। ਅਸੀਂ ਜੋ ਜਾਣਕਾਰੀ ਸਾਨੂੰ ਲੋੜੀਂਦੀ ਹੈ, ਜੋ ਸਾਡੀ ਪੜ੍ਹਾਈ ਦੇ ਵਿੱਚ ਸਹਾਈ ਹੈ, ਜੋ ਸਾਡੇ ਸਿਲੇਬਸ ਨਾਲ ਰਿਲੇਟਡ ਹੈ, ਉਹ ਪ੍ਰਾਪਤ ਕਰਨ ਦੀ ਬਜਾਏ ਦੁਨੀਆ ਭਰ ਦੀਆਂ ਫालतू ਚੀਜ਼ਾਂ ਵੱਲ ਧਿਆਨ ਦਿੰਦੇ ਹਾਂ, ਉਹਨਾਂ ਨੂੰ ਦੇਖਦੇ ਰਹਿੰਦੇ ਹਾਂ, ਆਪਣਾ ਸਮਾਂ ਵੀ ਬਰਬਾਦ ਕਰਦੇ ਹਾਂ ਤੇ ਇੰਟਰਨੈਟ ਕਨੈਕਸ਼ਨ ਦਾ ਟਾਈਮ ਵੀ ਬਰਬਾਦ ਕਰਦੇ ਹਾਂ। ਦੇਖੋ ਬੇਟਾ, ਇੱਥੇ ਜ਼ਰੂਰਤ ਸਾਨੂੰ ਸਮਝਣ ਦੀ ਹੈ ਕਿ ਅਸੀਂ ਕੀ ਕਰਨਾ ਹੈ, ਸਾਡੇ ਲਈ ਕੀ ਉਚਿਤ ਹੈ ਤੇ ਕੀ ਅਣਉਚਿਤ ਹੈ। ਜਦੋਂ ਵੀ ਅਸੀਂ ਸੰਚਾਰ ਸਾਧਨਾਂ ਦੀ ਵਰਤੋਂ ਕਰਦੇ ਹਾਂ, ਕਮਿਊਨੀਕੇਸ਼ਨ
ਦੇ ਜਿਹੜੇ ਸੋਰਸਸ ਹੈ ਉਹਨਾਂ ਦੀ ਵਰਤੋਂ ਕਰਦੇ ਹਾਂ, ਜਦੋਂ ਵੀ ਅਸੀਂ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਹਾਂ, ਤਾਂ ਇਹ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹਨਾਂ ਦੀ ਸਹੀ ਤਰੀਕੇ ਨਾਲ ਵਰਤੋਂ ਕੀ ਹੈ। ਔਰ ਇਸ ਨੂੰ ਸਮਝਣ ਲਈ ਕ੍ਰਿਟੀਕਲ ਥਿੰਕਿੰਗ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਤੁਸੀਂ ਜਦੋਂ ਇੱਕ ਐਨਾਲਿਟੀਕਲ ਪੁਆਇੰਟ ਆਫ ਵਿਊ ਨਾਲ ਦੇਖੋਗੇ, ਜਦੋਂ ਤੁਸੀਂ ਇਹ ਸੋਚੋਗੇ ਕਿ ਇਹਦੇ ਵਿੱਚ ਫਲਾਂ ਗੁਣ ਹੈ ਤੇ ਫਲਾਂ ਔਗੁਣ ਹੈ, ਤੇ ਅਸੀਂ ਇਹਨਾਂ ਵਿੱਚੋਂ ਕਿਹੜੇ ਗੁਣ ਨੂੰ ਵਰਤਣਾ ਹੈ ਤੇ ਕਿਹੜੇ ਔਗੁਣ ਨੂੰ ਛੱਡ ਦੇਣਾ ਹੈ, ਇੱਥੇ ਕ੍ਰਿਟੀਕਲ ਥਿੰਕਿੰਗ ਆਉਂਦੀ ਹੈ। ਇਸ ਦੀ ਵਰਤੋਂ ਦੇ ਵਿੱਚ ਤੁਹਾਨੂੰ ਕ੍ਰਿਟੀਕਲ ਥਿੰਕਿੰਗ ਦੀ ਬਹੁਤ ਜ਼ਰੂਰਤ ਪਏਗੀ, ਔਰ ਪੈਂਦੀ ਵੀ ਹੈ, ਕਿਉਂਕਿ ਅਸੀਂ ਇਸ ਚੀਜ਼ ਨੂੰ ਸਮਝਣਾ ਹੈ ਕਿ ਸਾਨੂੰ ਇਹਦਾ ਫਾਇਦਾ ਹੋ ਰਿਹਾ ਹੈ ਜਾਂ ਨੁਕਸਾਨ। ਅਸੀਂ ਮੋਬਾਈਲ ਤੇ ਬੈਠੇ WhatsApp ਤੇ ਆਈਆਂ ਵੀਡੀਓਜ਼ ਦੇਖ ਕੇ ਅੱਧਾ ਪੌਣਾ ਘੰਟਾ ਆਪਣਾ ਖਰਾਬ ਕਰ ਰਹੇ ਹਾਂ, ਬਜਾਏ ਇਸ ਦੇ ਕਿ ਅਸੀਂ ਉਹ ਮਟੀਰੀਅਲ ਦੇਖੀਏ ਜਿਹੜਾ ਕਿ ਸਾਡੀ ਉਮਰ ਦੇ ਹਿਸਾਬ ਨਾਲ, ਸਾਡੀ ਪੜ੍ਹਾਈ ਦੇ ਹਿਸਾਬ ਨਾਲ ਲੋੜੀਂਦਾ ਹੈ। ਠੀਕ ਹੈ ਨਾ? ਇਹ ਚੀਜ਼ਾਂ ਟਾਈਮ ਸਪੈਂਡ ਕਰਨ ਲਈ ਨਹੀਂ ਬਣੀਆਂ ਹਨ, ਟਾਈਮ ਸੇਵ ਕਰਨ ਲਈ ਬਣੀਆਂ ਹਨ। ਨਾਓ ਹੇਅਰ ਲਾਈਜ਼ ਦ ਬਿਗੇਸਟ ਪੁਆਇੰਟ, these things are made to save time and energy, but what we are doing, we are wasting time and energy। ਹੁਣ ਇੱਥੇ ਗਲਤੀ ਨਾ ਇੰਟਰਨੈਟ ਦੀ ਹੈ ਨਾ ਮੋਬਾਈਲ ਦੀ, ਕਿਸ ਚੀਜ਼ ਦੀ ਹੈ? ਸਾਡੇ ਮਾਈਂਡਸੈਟ ਦੀ। ਅਸੀਂ ਕ੍ਰਿਟੀਕਲ ਥਿੰਕਿੰਗ ਦੇ ਨਾਲ ਆਪਣਾ ਮਾਈਂਡਸੈਟ ਚੇਂਜ ਕਰਨਾ ਹੈ, ਚੀਜ਼ਾਂ ਨੂੰ ਬਾਰੀਕੀ ਦੇ ਵਿੱਚ ਸੋਚਣਾ ਹੈ, ਸਮਝਣਾ ਹੈ, ਵਿਚਾਰਨਾ ਹੈ, ਤੇ ਇਸ ਚੀਜ਼ ਨੂੰ ਡਿਸਾਈਡ ਕਰਨਾ ਹੈ, ਇਹ ਫੈਸਲਾ ਕਰਨਾ ਹੈ ਕਿ ਸਾਡੇ ਲਈ ਕੀ ਉਚਿਤ ਹੈ ਤੇ ਕੀ ਅਣਉਚਿਤ ਹੈ। ਸੋਸ਼ਲ ਮੀਡੀਆ ਆਪਣੇ ਆਪ ਵਿੱਚ ਬੁਰਾ ਨਹੀਂ ਹੈ, ਇਸ ਗੱਲ ਨੂੰ ਸਮਝ ਲਓ। ਸਿਰਫ ਪ੍ਰੋਬਲਮ ਕਿੱਥੇ ਹੈ? ਗਵਰਨਮੈਂਟ ਨੇ ਗਾਈਡਲਾਈਨਸ ਕਿਉਂ ਦਿੱਤੀਆਂ ਹਨ, ਸਰਕਾਰਾਂ ਕਿਉਂ ਨਿਯਤ ਕਰਦੀਆਂ ਹਨ ਕਿ ਕਿੰਨੀ ਉਮਰ ਦਾ ਬੱਚਾ ਫੇਸਬੁੱਕ ਬਣਾ ਸਕਦਾ ਹੈ, ਤਾਂ ਕਿ ਤੁਹਾਡੀ ਕ੍ਰਿਟੀਕਲ ਥਿੰਕਿੰਗ ਉਨੀ ਡਿਵੈਲਪ ਹੋ ਚੁੱਕੀ ਹੋਵੇ ਜਿੱਥੇ ਤੁਸੀਂ ਆਪਣੇ ਫਾਇਦੇ ਤੇ ਨੁਕਸਾਨ ਨੂੰ ਸਮਝ ਸਕੋ। ਠੀਕ ਹੈ ਨਾ? ਇੱਕ ਉਮਰ ਦੇ ਵਿੱਚ ਸਾਨੂੰ ਇਹਨਾਂ ਗੱਲਾਂ ਦੀ ਸਮਝ ਨਹੀਂ ਹੁੰਦੀ, ਬਟ ਤੁਸੀਂ ਇਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਤੁਸੀਂ ਗੂਗਲ ਤੋਂ ਸਰਚ ਕਰਦੇ ਹੋ, ਆਪਣੇ ਸਿਲੇਬਸ ਦੇ ਵਿੱਚ ਕੋਈ ਜਿੱਦਾਂ ਮੈਸੋਪੋਟਾਮੀਆ ਇੱਕ ਵਰਡ ਆ ਗਿਆ, ਹੁਣ ਤੁਹਾਨੂੰ ਪਤਾ ਹੀ ਨਹੀਂ ਹੈ ਮੈਸੋਪੋਟਾਮੀਆ ਕੀ ਹੈ, ਤੁਸੀਂ ਗੂਗਲ ਦੇ ਵਿੱਚ ਸਰਚ ਕਰੋਗੇ, ਵਿਦਨ ਸੈਕਿੰਡਸ ਯੂ ਵਿਲ ਕਮ ਟੂ ਨੋ ਵਾਟ ਇਟ ਇਜ਼। ਠੀਕ ਹੈ ਨਾ? ਠੀਕ ਇਸੇ ਤਰ੍ਹਾਂ ਕੋਈ ਹੋਰ ਮੇਨ ਟੌਪਿਕ ਹੈ ਜਿਸ ਦੇ ਬਾਰੇ ਤੁਹਾਨੂੰ ਸਮਝ ਨਹੀਂ ਆ ਰਹੀ, ਤੁਸੀਂ ਉਸ ਨੂੰ ਸਮਝਣਾ ਚਾਹੁੰਦੇ ਹੋ, ਉਹਦੇ ਨਾਲ ਤੁਹਾਨੂੰ ਰਿਲੇਟਡ ਮਟੀਰੀਅਲ ਚਾਹੀਦਾ ਹੈ, ਤੁਸੀਂ ਕੋਈ ਡਿਬੇਟ ਦੇ ਵਿੱਚ ਪਾਰਟਿਸਿਪੇਟ ਕਰਨਾ ਹੈ, ਠੀਕ ਹੈ ਨਾ, ਕੋਈ ਵਾਦ ਵਿਵਾਦ ਪ੍ਰਤੀਯੋਗਿਤਾ ਵਿੱਚ ਪਾਰਟਿਸਿਪੇਟ ਕਰਨਾ ਹੈ, ਤਾਂ ਤੁਹਾਨੂੰ ਉਹ ਪੁਆਇੰਟਸ ਕਿੱਥੋਂ ਮਿਲਣਗੇ? ਗੂਗਲ ਤੋਂ। Google is the key to every lock, you know, in these days, in these times, it is the key to every lock। जिथे भी कोई प्रॉब्लम आई, फट Google ने ਤੁਹਾਨੂੰ ਸਾਰੇ solutions ਦੇ ਦਿੱਤੇ। ठीक है? Now the problem is that you are misusing it, you have to stop that। ਤੁਸੀਂ ਕੀ ਕਰਨਾ ਹੈ? ਇਸ ਦੀ ਸਹੀ ਵਰਤੋਂ ਕਰਨੀ ਹੈ। ਇਹ ਸਾਡੀ ਸਹਾਇਤਾ ਲਈ ਬਣਿਆ ਹੈ, ਸਾਡੇ ਸਮੇਂ ਨੂੰ ਬਰਬਾਦ ਕਰਨ ਲਈ ਨਹੀਂ ਬਣਿਆ। ਬੱਚੇ ਕੀ ਕਰਦੇ ਨੇ? ਇੱਕ ਵੀਡੀਓ ਆ ਗਈ, ਉਹਨੂੰ ਅੱਗੇ ਕਿਸੇ ਹੋਰ ਨੂੰ ਭੇਜਤਾ, ਉਹਨੇ ਇੱਕ ਹੋਰ ਵੀਡੀਓ ਭੇਜਤੀ, ਉਹ ਅੱਗੇ ਫਿਰ ਵਾਪਸ ਭੇਜਤੀ। ਵੀ ਸ਼ੁੱਡ ਨਾਟ ਕੀਪ ਔਨ ਸਰਕੂਲੇਟਿੰਗ ਥੀਜ਼ ਥਿੰਗਸ ਵਿਚ ਆਰ ਨਾਟ ਕੰਸਰਨਡ ਵਿਦ ਅਸ। ਸਿਰਫ ਤੱਥ, ਜਿਹੜੇ ਫੈਕਟਸ ਹੈ, ਜਿਹੜੀਆਂ ਰਿਸਰਚਸ ਹੈ, ਉਹਨਾਂ ਨੂੰ ਪੜ੍ਹੋ, ਉਹਨਾਂ ਨੂੰ ਸਮਝੋ, ਇਸ ਦਾ ਫਾਇਦਾ ਉਠਾਓ। ਇਹ ਟੈਕਨੋਲੋਜੀ ਬਹੁਤ ਅੱਛੀ ਹੈ। ਸੋਸ਼ਲ ਮੀਡੀਆ ਇਜ਼ ਮੇਡ ਫॉर ਹੈਲਪਿੰਗ ਅਸ ਟੂ ਮੇਕ ਆਰ ਲਾਈਫਸ ਈਜ਼ੀਅਰ ਐਂਡ ਵੀ ਸ਼ੁੱਡ ਯੂਜ਼ ਇਟ ਇਨ दैट ਵੇ ਓਨਲੀ। ਆਪਣੇ ਫੋਨ ਦੀ ਇਸਤੇਮਾਲ ਕਰਨਾ ਹੈ ਉਹ ਇਸ ਤਰ੍ਹਾਂ ਕਰੋ ਕਿ ਆਪਣੇ ਪੇਰੈਂਟਸ ਦੇ ਇਨ ਟੱਚ ਰਹਿਣ ਲਈ। ਤੁਸੀਂ ਕਿਤੇ ਬਾਹਰ ਗਏ ਹੋਏ ਹੋ, ਤੁਹਾਡੇ ਪੇਰੈਂਟਸ ਨੂੰ ਪਤਾ ਹੋਵੇ ਤੁਸੀਂ ਸकुशल ਹੋ, ਤੁਸੀਂ ਠੀਕ ਹੋ। ਠੀਕ ਹੈ ਨਾ? ਤੁਸੀਂ ਕੋਈ ਫੋਟੋ ਖਿੱਚਣੀ ਹੈ, ਜਿਹੜੀ ਚੀਜ਼ ਰਿਕੁਆਇਰਡ ਹੈ, ਤੁਹਾਨੂੰ ਕੋਈ ਮਟੀਰੀਅਲ ਇਹੋ ਜਿਹਾ ਮਿਲ ਰਿਹਾ ਹੈ, ਉਹਦੀ ਫੋਟੋ ਖਿੱਚੋ। ਅਨਨੈਸੈਸਰੀ ਯੂ ਆਰ ਟੇਕਿੰਗ ਸੈਲਫੀਜ਼ ਔਨ ਦ ਰੋਡਸ ਐਂਡ ਯੂ ਆਰ ਪੁਟਿੰਗ ਯੋਰਸੈਲਫ ਇਨ ਡੇਂਜਰ। ਆਪਣੀ ਲਾਈਫ ਤੇ ਤੁਸੀਂ ਰਿਸਕ ਲੈ ਰਹੇ ਹੋ। ਇਹ ਸਭ ਜਿਹੜਾ ਹੈ ਉਹ ਗਲਤ ਹੈ। ਇਹ ਸਭ ਕਦੋਂ ਸਹੀ ਹੋਏਗਾ? ਜਦੋਂ ਤੁਸੀਂ ਇਸ ਚੀਜ਼ ਨੂੰ ਕ੍ਰਿਟੀਕਲੀ ਸੋਚੋਗੇ। You have to think critically that how to make the maximum use of social media, how to benefit from it। ਤੁਸੀਂ ਇਸ ਤੋਂ ਫਾਇਦਾ ਕਿਵੇਂ ਲੈਣਾ ਹੈ ਔਰ ਕੀ ਫਾਇਦਾ ਲੈਣਾ ਹੈ, ਇਹ ਤੁਸੀਂ ਡਿਸਾਈਡ ਕਰਨਾ ਹੈ। ਸੋ ਇਸ ਲਈ ਤੁਸੀਂ ਇਸ ਦੀ ਵਰਤੋਂ ਕਰਨ ਤੋਂ ਪਹਿਲਾਂ ਬਹੁਤ ਧਿਆਨ ਨਾਲ ਸੋਚ ਸਮਝ ਕੇ ਇਸ ਦੀ ਵਰਤੋਂ ਕਰਨੀ ਹੈ। There are some misconceptions, ਕੁਝ ਅਜਿਹੀਆਂ ਗਲਤ ਧਾਰਨਾਵਾਂ ਬਣ ਜਾਂਦੀਆਂ ਹਨ ਜਿਨ੍ਹਾਂ ਦੇ ਵਿੱਚ ਅਸੀਂ ਉਲਝ ਜਾਂਦੇ ਹਾਂ, ਔਰ ਸਾਨੂੰ ਇਹਨਾਂ ਗਲਤ ਧਾਰਨਾਵਾਂ ਤੋਂ ਬਚ ਕੇ ਰਹਿਣਾ ਹੈ। ਪ੍ਰੋਬਲਮ ਕਿੱਥੇ ਆਉਂਦੀ ਹੈ? ਜਦੋਂ ਅਸੀਂ ਇਹਨਾਂ ਮਿਸਕਨਸੈਪਸ਼ਨਸ ਦੇ ਵਿੱਚ, ਇਹਨਾਂ ਗਲਤ ਧਾਰਨਾਵਾਂ ਦੇ ਵਿੱਚ ਉਲਝ ਜਾਂਦੇ ਹਾਂ। ਇੱਕ ਕਲਾਸ ਚੱਲ ਰਹੀ ਸੀ, ਉਸ ਵਿੱਚ ਕੁਝ ਬੱਚੇ, ਕੁਝ ਲੜਕੀਆਂ ਮੈਡਮ ਦੇ ਕੋਲ ਬੈਠੀਆਂ ਸਨ। ਉਹ ਮੈਡਮ ਨਾਲ ਗੱਲ ਕਰ ਰਹੀਆਂ ਸਨ ਤਾਂ ਇੱਕ ਲੜਕੀ ਨੇ ਦੱਸਿਆ ਕਿ ਮੈਡਮ ਮੇਰੇ ਕੋਈ ਰਿਲੇਟਿਵ ਲੜਕਾ ਹੈ, ਕੋਈ ਮੇਰੇ ਰਿਲੇਟਿਵਸ ਦੇ ਵਿੱਚ, ਰਿਸ਼ਤੇਦਾਰਾਂ ਦੇ ਵਿੱਚ, ਜਿਹੜਾ ਕਿ ਬਾਡੀ ਬਿਲਡਿੰਗ ਲਈ ਕਈ ਤਰ੍ਹਾਂ ਦੇ ਪ੍ਰੋਡਕਟਸ ਖਾ ਰਿਹਾ ਹੈ। ਠੀਕ ਹੈ? ਤੁਸੀਂ ਦੇਖਿਆ ਹੋਣਾ ਟੀਵੀ ਤੇ ਅਕਸਰ ਐਡ ਆਉਂਦੀ ਹੈ ਕਿ ਤੁਸੀਂ ਵੇ ਪ੍ਰੋਟੀਨ ਲਓ ਜਾਂ ਗੇਨ ਪ੍ਰੋਟੀਨ ਲਓ, ਕੁਝ ਵੀ ਇਸ ਤਰ੍ਹਾਂ ਦੀਆਂ ਚੀਜ਼ਾਂ ਖਾਓ ਤਾਂ ਤੁਹਾਡੇ ਮਸਲਸ ਬਹੁਤ ਜਲਦੀ ਬਣਦੇ ਹਨ।
ਇੱਕ ਉਮਰ ਦੇ ਵਿੱਚ ਬੱਚੇ ਸਾਨੂੰ ਬੜਾ ਸ਼ੌਕ ਹੁੰਦਾ ਹੈ ਬੋਡੀ ਬਿਲਡਿੰਗ ਦਾ, ਖਾਸ ਤੌਰ ਤੇ ਬॉयਜ਼ ਨੂੰ, ਠੀਕ ਹੈ ਨਾ। ਪ੍ਰੋਬਲਮ ਕੀ ਹੈ, ਆਪਾਂ ਇਹ ਤਾਂ ਦੇਖਦੇ ਹਾਂ ਕਿ ਟੀਵੀ ਤੇ ਉਸ ਚੀਜ਼ ਦੀ ਐਡਵਰਟਾਈਜ਼ਮੈਂਟ ਆ ਰਹੀ ਹੈ, ਆਪਾਂ ਇਹ ਨਹੀਂ ਦੇਖਦੇ ਕਿ ਨੀਚੇ ਇੱਕ ਡਿਸਕਲੇਮਰ, ਇੱਕ ਛੋਟੀ ਜਿਹੀ ਬਰੀਕ ਲਾਈਨ ਦੇ ਵਿੱਚ ਇੱਕ ਡਿਸਕਲੇਮਰ ਦਿੱਤਾ ਹੁੰਦਾ ਹੈ ਕਿ ਇਹ ਚੈਨਲ ਇਸ ਚੀਜ਼ ਨੂੰ ਮਨਜ਼ੂਰੀ ਨਹੀਂ ਦਿੰਦਾ, ਠੀਕ ਹੈ, ਜਾਂ ਮਾਨਤਾ ਨਹੀਂ ਦਿੰਦਾ। ਟੀਵੀ ਤੇ ਮਸ਼ਹੂਰੀ ਦੇਣ ਵਾਲੇ ਦੀ, ਐਡ ਦੇਣ ਵਾਲੇ ਦੀ ਆਪਣੀ ਜ਼ਿੰਮੇਵਾਰੀ ਹੈ ਤੇ ਲੈ ਕੇ ਖਾਣ ਵਾਲੇ ਦੀ ਆਪਣੀ ਜ਼ਿੰਮੇਵਾਰੀ ਹੈ। ਬੱਚੇ ਕਦੀ ਵੀ ਕੋਈ ਵੀ ਚੀਜ਼ ਤੁਹਾਨੂੰ ਰਾਤੋਂ ਰਾਤ ਮਜ਼ਬੂਤ ਨਹੀਂ ਬਣਾ ਸਕਦੀ, ਸਟਰੋਂਗ ਨਹੀਂ ਬਣਾ ਸਕਦੀ। ਇਹ ਸਿਰਫ ਤੇ ਸਿਰਫ ਚੰਗੀ ਖੁਰਾਕ ਹੈ ਜਿਹੜੀ ਤੁਸੀਂ ਰੋਜ਼ ਖਾਂਦੇ ਹੋ ਤਾਂ ਹੌਲੀ 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 ਉਹ ਤੁਹਾਨੂੰ ਸਿਹਤਮੰਦ ਬਣਾ ਦਿੰਦੀ ਹੈ। ਬਹੁਤ ਸਾਰੇ ਲੋਕ ਇੰਜੈਕਸ਼ਨਸ ਲਗਾਉਂਦੇ ਨੇ ਬੋਡੀ ਬਿਲਡਿੰਗ ਲਈ, ਗਲਤ ਹੈ। ਉਹਦਾ ਫਾਇਦਾ ਤਾਂ ਕੀ ਹੋਣਾ, ਨੁਕਸਾਨ ਹੀ ਜ਼ਿਆਦਾ ਹੁੰਦਾ ਹੈ, ਠੀਕ ਹੈ। ਠੀਕ ਇਸੇ ਤਰ੍ਹਾਂ ਤੁਸੀਂ ਦੇਖੋ ਬਹੁਤ ਸਾਰੀਆਂ ਐਡਵਰਟਾਈਜ਼ਮੈਂਟ ਆਉਂਦੀਆਂ ਹਨ ਜਿਸ ਵਿੱਚ ਇਹ ਦਿਖਾਇਆ ਜਾਂਦਾ ਹੈ ਕਿ ਸਿਰਫ ਗੋਰੇ ਹੋ ਜਾਣ ਨਾਲ ਤੁਹਾਨੂੰ ਬਹੁਤ ਸਾਰੀਆਂ ਸੁਵਿਧਾਵਾਂ ਮਿਲਦੀਆਂ ਹਨ, ਨੌਕਰੀ ਮਿਲ ਜਾਂਦੀ ਹੈ ਜਾਂ ਕੋਈ ਹੋਰ ਕੰਮ ਮਿਲ ਜਾਂਦਾ ਹੈ। ਬਿਲਕੁਲ ਨਹੀਂ, ਸਿਰਫ ਤੇ ਸਿਰਫ ਤੁਹਾਡੀ ਕਾਬਲੀਅਤ ਦੇ ਅਨੁਸਾਰ ਤੁਹਾਨੂੰ ਕੰਮ ਮਿਲਦਾ ਹੈ। ਇਹਨਾਂ ਗਲਤ ਧਾਰਨਾਵਾਂ ਤੋਂ ਅਸੀਂ ਬਚਣਾ ਹੈ, ਅਸੀਂ ਇਹਨਾਂ ਗਲਤ ਧਾਰਨਾਵਾਂ ਤੋਂ ਬਚ ਕੇ ਰਹਿਣਾ ਹੈ। ਇਹਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਕ੍ਰਿਟੀਕਲੀ ਸੋਚਣਾ ਹੈ ਕਿ ਕੀ ਇਹ ਚੀਜ਼ ਜੋ ਦਿਖਾਈ ਜਾ ਰਹੀ ਹੈ ਕੀ ਇਹ ਸਹੀ ਹੈ ਜਾਂ ਇਹ ਸਹੀ ਹੋ ਸਕਦੀ ਹੈ, ਕੀ ਇਹ ਉਚਿਤ ਹੈ। ਤੁਸੀਂ ਦੱਸੋ ਕੀ ਤੁਹਾਨੂੰ ਲੱਗਦਾ ਹੈ ਕਿ ਕੁਝ 2-4 ਇੰਜੈਕਸ਼ਨ ਲਗਵਾ ਕੇ ਕੋਈ ਬੰਦਾ ਬੋਡੀ ਬਿਲਡਰ ਬਣ ਸਕਦਾ ਹੈ? ਨਹੀਂ, ਫਿਰ ਤਾਂ ਕੋਈ ਕਮਜ਼ੋਰ ਹੀ ਨਹੀਂ ਰਹਿੰਦਾ, ਠੀਕ ਹੈ ਨਾ। ਆਪਾਂ ਸਾਰੇ ਬੋਡੀ ਬਿਲਡਰ ਬਣੇ ਹੁੰਦੇ, ਅਜਿਹਾ ਨਹੀਂ ਹੁੰਦਾ। ਉਹ ਸਟੀਰੋਇਡਸ ਹੁੰਦੇ ਨੇ ਜਾਂ ਕੋਈ ਹੋਰ ਪ੍ਰੋਬਲਮੈਟਿਕ ਚੀਜ਼ ਹੁੰਦੀ ਹੈ ਜਿਹੜੀ ਕਿ ਤੁਹਾਡੀ ਬੋਡੀ ਨੂੰ ਬਾਅਦ ਵਿੱਚ ਨੁਕਸਾਨ ਕਰਦੀ ਹੈ। ਠੀਕ ਇਸੇ ਤਰ੍ਹਾਂ ਤੁਹਾਡਾ ਜੋ ਬੇਸਿਕ ਕਲਰ ਹੈ ਸਕਿਨ ਦਾ, ਉਹਨੂੰ ਕੋਈ ਨਹੀਂ ਬਦਲ ਸਕਦਾ। ਜਿੰਨੀਆਂ ਮਰਜ਼ੀ ਫੇਅਰਨੈਸ ਕਰੀਮਸ ਲਗਾ ਲਓ, ਇਟ ਇਜ਼ ਨਾਟ ਗੋਇੰਗ ਟੂ ਚੇਂਜ। ਸਿਰਫ ਇੱਕ ਅੱਛੀ ਖੁਰਾਕ ਤੁਹਾਨੂੰ ਸੁੰਦਰਤਾ ਦਿੰਦੀ ਹੈ। ਸੁੰਦਰਤਾ ਕੀ ਹੈ? ਅਰੋਗਤਾ, ਤੰਦਰੁਸਤੀ। ਤੰਦਰੁਸਤੀ ਹੀ ਸੁੰਦਰਤਾ ਹੈ। ਜੇ ਤੁਸੀਂ ਤੰਦਰੁਸਤ ਹੋ, ਤੁਹਾਡਾ ਰੰਗ ਕਿਸੇ ਵੀ ਤਰ੍ਹਾਂ ਦਾ ਹੋਵੇ, ਤੁਸੀਂ ਵਧੀਆ ਹੀ ਲੱਗਦੇ ਹੋ। ਇਹਨਾਂ ਮਿਸਕਨਸੈਪਸ਼ਨਸ ਤੋਂ ਅਸੀਂ ਬਚਣਾ ਹੈ। ਕ੍ਰਿਟੀਕਲੀ ਥਿੰਕਿੰਗ ਨਾਲ ਅਸੀਂ ਇਸ ਚੀਜ਼ ਤੋਂ ਆਪ ਤਾਂ ਬਚਾਂਗੇ, ਆਪਣੇ ਨਾਲਦਿਆਂ ਨੂੰ ਵੀ ਬਚਾਵਾਂਗੇ, ਆਪਣੇ ਭੈਣਾਂ ਭਰਾਵਾਂ ਨੂੰ, ਆਪਣੇ ਰਿਲੇਟਿਵਸ ਨੂੰ, ਆਪਣੇ ਘਰਦਿਆਂ ਨੂੰ, ਠੀਕ ਹੈ ਨਾ। ਬਹੁਤ ਸਾਰੀਆਂ ਚੀਜ਼ਾਂ ਅਜਿਹੀਆਂ ਆ ਰਹੀਆਂ ਹਨ ਜਿਹੜੀਆਂ ਕਿ ਆਪਾਂ ਇੰਟਰਨੈਟ ਤੇ ਐਡਵਰਟਾਈਜ਼ਮੈਂਟਸ ਦੇਖਦੇ ਹਾਂ, ਜਿਨ੍ਹਾਂ ਦਾ ਕੋਈ ਡਿਸਕਲੇਮਰ ਪਹਿਲਾਂ ਹੀ ਨਾਲ ਦਿੱਤਾ ਹੁੰਦਾ ਹੈ, ਠੀਕ ਹੈ ਨਾ, ਕਿ ਇਸ ਚੀਜ਼ ਦੀ ਕੋਈ ਸੁਵਿਧਾ ਨਹੀਂ ਹੈ। ਉਹ ਚੀਜ਼ਾਂ ਅਕਸਰ ਅਸੀਂ ਇਨਸਟੈਂਟ ਰਿਜ਼ਲਟ ਦੇ ਚੱਕਰ ਦੇ ਵਿੱਚ ਖਰੀਦ ਲੈਂਦੇ ਹਾਂ ਤੇ ਉਹ ਬਾਅਦ ਵਿੱਚ ਸਾਨੂੰ ਨੁਕਸਾਨ ਪਹੁੰਚਾਉਂਦੀਆਂ ਹਨ। ਅਸੀਂ ਅਜਿਹਾ ਕੋਈ ਕੰਮ ਕਰਨਾ ਹੀ ਨਹੀਂ ਜਿਹੜਾ ਕਿ ਸਾਨੂੰ ਨੁਕਸਾਨ ਪਹੁੰਚਾਏ। ਹਰ ਇੱਕ ਚੀਜ਼ ਨੂੰ ਕ੍ਰਿਟੀਕਲੀ ਇਵੈਲੂਏਟ ਕਰਨਾ ਹੈ, ਉਹਦੇ ਸਾਰੇ ਫੈਕਟਸ ਨੂੰ ਦੇਖਣਾ ਹੈ, ਉਹਦੇ ਸਾਰੇ ਪੁਆਇੰਟਸ ਨੂੰ ਦੇਖਣਾ ਹੈ, ਉਸ ਚੀਜ਼ ਨੂੰ ਚੰਗੀ ਤਰ੍ਹਾਂ ਸਮਝਣਾ ਹੈ ਕਿ ਕੀ ਇਹ ਪੋਸੀਬਲ ਹੈ। ਜਦੋਂ ਤੁਸੀਂ ਤੱਥ ਸਾਹਮਣੇ ਰੱਖ ਕੇ ਜਾਂ ਫੈਕਟਸ ਨੂੰ ਸਾਹਮਣੇ ਰੱਖ ਕੇ ਸੋਚਦੇ ਹੋ ਤਾਂ ਤੁਹਾਨੂੰ ਆਪ ਨੂੰ ਹੀ ਪਤਾ ਲੱਗ ਜਾਂਦਾ ਹੈ ਕਿ ਇਹ ਨਹੀਂ ਹੋ ਸਕਦਾ, ਇਹ ਪੋਸੀਬਲ ਨਹੀਂ ਹੈ। ਤੁਸੀਂ ਇਹ ਦੇਖੋ ਕਿ ਜੇ ਕੋਈ ਕਰੀਮ ਸਾਨੂੰ ਗੋਰਾ ਕਰ ਸਕਦੀ ਤਾਂ ਕੀ ਦੁਨੀਆ ਵਿੱਚ ਕੋਈ ਕਾਲਾ ਹੁੰਦਾ? ਨਹੀਂ, ਸਿੰਪਲ, ਠੀਕ ਹੈ ਨਾ। ਜੇ ਕੋਈ ਚੀਜ਼ ਸਾਨੂੰ ਬੋਡੀ ਬਿਲਡਿੰਗ ਲਈ ਫਿਟ ਬਣਾ ਸਕਦੀ, ਇੰਨੇ ਹੈਵੀ ਸਾਡੇ ਮਸਲਸ ਬਣਾ ਦਿੰਦੀ, ਤਾਂ ਕੀ ਕੋਈ ਪਤਲਾ ਦੁਬਲਾ ਰਹਿੰਦਾ? ਨਹੀਂ। ਜੇ ਕੋਈ ਦਵਾਈ ਸਿਰਫ 2 ਜਾਂ 3 ਵਾਰੀ ਖਾਣ ਨਾਲ ਅਸੀਂ ਪਤਲੇ ਹੋ ਜਾਂਦੇ ਤਾਂ ਕੀ ਦੁਨੀਆ ਵਿੱਚ ਕੋਈ ਮੋਟਾਪੇ ਦਾ ਸ਼ਿਕਾਰ ਹੁੰਦਾ? ਨਹੀਂ। ਇਹ ਕੀ ਹੈ? ਮਿਸਕਨਸੈਪਸ਼ਨਸ। ਅਸੀਂ ਇਹਨਾਂ ਮਿਸਕਨਸੈਪਸ਼ਨਸ ਦੇ ਵਿੱਚ ਨਹੀਂ ਆਉਣਾ ਹੈ। ਅਸੀਂ ਹਰ ਚੀਜ਼ ਨੂੰ ਬਰੀਕੀ ਨਾਲ ਸੋਚਣਾ, ਸਮਝਣਾ, ਪਰਖਣਾ ਹੈ, ਠੀਕ ਹੈ। ਫਿਰ ਉਸ ਤੇ ਫੈਸਲਾ ਲੈਣਾ ਹੈ ਕਿ ਕੀ ਇਹ ਗੱਲ ਸਹੀ ਹੈ, ਕੀ ਇਹ ਗੱਲ ਉਚਿਤ ਹੈ। ਬੇਟੇ, ਜਦੋਂ ਆਪਾਂ ਕ੍ਰਿਟੀਕਲ ਥਿੰਕਿੰਗ ਦੀ ਗੱਲ ਕਰਦੇ ਹਾਂ ਨਾ ਤਾਂ ਆਪਾਂ ਨੂੰ ਇਹ ਲੱਗਦਾ ਵੀ ਸਾਡੀ ਜ਼ਿੰਦਗੀ ਵਿੱਚ ਇਹਦੀ ਸਾਨੂੰ ਕਿੱਥੇ ਲੋੜ ਹੈ। ਜਦੋਂ ਵੀ ਟੌਪਿਕ ਡਿਸਕਸ ਕੀਤਾ ਜਾਂਦਾ ਤਾਂ ਬੱਚੇ ਅਕਸਰ ਇਹ ਮਹਿਸੂਸ ਕਰਦੇ ਨੇ ਕਿ ਕ੍ਰਿਟੀਕਲ ਥਿੰਕਿੰਗ ਸਾਡੇ ਨਾਲ ਕੀ ਲੈਣਾ ਦੇਣਾ ਜੀ ਕ੍ਰਿਟੀਕਲ ਥਿੰਕਿੰਗ ਦਾ। ਦੇਖੋ ਨਾ, ਯੂਜ਼ ਆਫ ਸੋਸ਼ਲ ਮੀਡੀਆ, ਮਿਸਕਨਸੈਪਸ਼ਨਸ, ਪ੍ਰੋਪਰ ਯੂਜ਼ ਆਫ ਟਾਈਮ, ਜ਼ਿੰਦਗੀ ਦੇ ਹਰ ਪੱਖ ਦੇ ਵਿੱਚ ਕ੍ਰਿਟੀਕਲ ਥਿੰਕਿੰਗ ਬਹੁਤ ਜ਼ਰੂਰੀ ਹੈ। ਤੁਹਾਡੇ ਕਿਸੇ ਦੋਸਤ ਨੇ ਤੁਹਾਨੂੰ ਕੋਈ ਸੁਝਾਅ ਦਿੱਤਾ, ਉਸ ਨੂੰ ਮੰਨ ਲੈਣ ਲਈ ਵੀ ਇੱਕ ਕ੍ਰਿਟੀਕਲ ਥਿੰਕਿੰਗ ਹੋਣੀ ਬਹੁਤ ਜ਼ਰੂਰੀ ਹੈ ਕਿ ਜੇ ਇਹ ਚੀਜ਼ ਇੰਨੀ ਵਧੀਆ ਹੈ ਤਾਂ ਇੰਨੇ ਸਸਤੇ ਮੁੱਲ ਤੇ ਇਹ ਮੈਨੂੰ ਕਿਉਂ ਦੇ ਰਿਹਾ ਹੈ, ਆਪ ਕਿਉਂ ਨਹੀਂ ਰੱਖ ਲੈਂਦਾ? ਸੋਚਣ ਵਾਲੀ ਗੱਲ ਹੈ ਨਾ। ਕੋਈ ਦੁਕਾਨਦਾਰ ਸਾਨੂੰ 50% ਆਫ ਦੇ ਰਿਹਾ ਹੈ, ਆਪਾਂ ਫਟਾਫਟ ਜਾ ਕੇ 1, 2, 3, 4 ਚੀਜ਼ਾਂ ਖਰੀਦ ਲੈਂਦੇ ਹਾਂ। ਜਿੱਥੇ ਇੱਕ ਲੈਣੀ ਹੁੰਦੀ ਉੱਥੇ 4 ਲੈ ਕੇ ਆ ਜਾਂਦੇ ਹਾਂ। ਸੇਲਸ ਦੇ ਵਿੱਚ ਏਦਾਂ ਹੁੰਦਾ ਨਾ, ਉੱਥੇ ਕ੍ਰਿਟੀਕਲ ਥਿੰਕਿੰਗ ਆਉਣੀ ਹੈ। ਕੋਈ ਵੀ ਬੰਦਾ ਘਾਟਾ ਖਾ ਕੇ ਚੀਜ਼ ਤੁਹਾਨੂੰ ਕਿਉਂ ਦੇਗਾ, ਠੀਕ ਹੈ ਨਾ। ਇਹਦਾ ਮਤਲਬ ਅਜੇ ਵੀ ਉਹਦੇ ਵਿੱਚ ਉਹਨੂੰ ਕੁਛ ਨਾ ਕੁਛ ਪ੍ਰੋਫਿਟ ਹੋ ਰਿਹਾ ਹੈ। ਸੋ ਲਾਈਫ ਦੇ ਹਰ ਆਸਪੈਕਟ ਦੇ ਵਿੱਚ, ਹਰ ਫੀਲਡ ਦੇ ਵਿੱਚ, ਹਰ ਕੰਮ ਦੇ ਵਿੱਚ, ਦਿਨ ਦੇ ਹਰ ਸਮੇਂ ਦੇ ਵਿੱਚ ਕ੍ਰਿਟੀਕਲ ਥਿੰਕਿੰਗ ਬਹੁਤ ਜ਼ਰੂਰੀ ਹੈ। ਤੁਸੀਂ ਆਪਣੀ ਕ੍ਰਿਟੀਕਲ ਥਿੰਕਿੰਗ ਡਿਵੈਲਪ ਕਰਕੇ, ਕ੍ਰਿਟੀਕਲੀ ਸੋਚ ਕੇ, ਹਰ ਚੀਜ਼ ਨੂੰ ਕਰਨ ਤੋਂ ਪਹਿਲਾਂ ਐਨਾਲਾਈਜ਼ ਕਰਕੇ, ਉਹਦੇ ਬਾਰੇ ਡਿਸੀਜਨ ਲੈਣ ਤੋਂ ਪਹਿਲਾਂ ਸਾਰੇ ਪੱਖਾਂ ਬਾਰੇ ਵਿਚਾਰ ਕਰਕੇ
ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾ ਸਕਦੇ ਹੋ। ਇਸ ਦੇ ਨਾਲ ਤੁਸੀਂ ਆਪਣੇ ਪੇਰੈਂਟਸ ਦੀ ਲਾਈਫ ਨੂੰ ਵੀ ਬਿਹਤਰ ਬਣਾ ਸਕਦੇ ਹੋ, ਆਪਣੇ ਸਮੇਂ ਦੀ ਬਚਤ ਕਰ ਸਕਦੇ ਹੋ। ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਇਹਨਾਂ ਮਿਸਕਨਸੈਪਸ਼ਨਸ ਤੋਂ, ਇਹਨਾਂ ਗਲਤ ਧਾਰਨਾਵਾਂ ਤੋਂ ਬਚੀਏ ਜੋ ਸਮਾਜ ਦੇ ਵਿੱਚ ਫੈਲੀਆਂ ਹੋਈਆਂ ਹਨ। ਜਿਵੇਂ ਬਹੁਤ ਸਾਰੇ ਬੱਚੇ ਕੁਝ ਦਵਾਈਆਂ ਲੈਣ ਲੱਗ ਜਾਂਦੇ ਹਨ, ਕਿਹਾ ਜਾਂਦਾ ਹੈ ਕਿ ਇਹਨਾਂ ਦਵਾਈਆਂ ਦੇ ਨਾਲ ਨੀਂਦ ਨਹੀਂ ਆਉਂਦੀ ਤੇ ਤੁਹਾਡੀ ਯਾਦ ਕਰਨ ਦੀ ਸ਼ਕਤੀ ਵੱਧਦੀ ਹੈ। ਅਜਿਹਾ ਕੁਝ ਨਹੀਂ ਹੁੰਦਾ। ਐਸੀ ਕੋਈ ਦਵਾਈ ਨਹੀਂ ਬਣੀ ਜਿਹਦੀ ਤੁਹਾਡੀ ਯਾਦ ਕਰਨ ਦੀ ਸ਼ਕਤੀ ਨੂੰ ਵਧਾ ਦੇਵੇ। ਹਾਂ, ਪ੍ਰੋਪਰ ਖੁਰਾਕ ਤੇ ਪ੍ਰੋਪਰ ਨੀਂਦ। ਜੇ ਤੁਸੀਂ ਸਾਰੀ ਰਾਤ ਜਾਗਦੇ ਰਹੇ ਹੋ, ਸੁੱਤੇ ਨਹੀਂ, ਤਾਂ ਅਗਲੇ ਦਿਨ ਜੋ ਮਰਜ਼ੀ ਪੜੀ ਜਾਓ, ਤੁਹਾਨੂੰ ਯਾਦ ਨਹੀਂ ਹੋਣਾ। ਬੋਡੀ ਦੀ ਰਿਕੁਆਇਰਮੈਂਟ ਦੇ ਅਕੋਰਡਿੰਗ ਪ੍ਰੋਪਰ ਸਲੀਪ 6 to 8 ਆਵਰਸ, ਪ੍ਰੋਪਰ ਫੂਡ 3 ਟਾਈਮਸ, ਠੀਕ ਹੈ, ਅ ਗਲਾਸ ਆਫ ਮਿਲਕ। ਜੋ ਵੀ ਤੁਹਾਨੂੰ ਖਾਣ ਦੇ ਵਿੱਚ ਅੱਛਾ ਲੱਗਦਾ ਹੈ, ਉਸ ਨੂੰ ਜ਼ਰੂਰੀ ਨਹੀਂ ਹੈ ਕਿ ਉਹ ਸੰਤੁਲਿਤ ਆਹਾਰ ਹੋਵੇ। ਸੰਤੁਲਿਤ ਆਹਾਰ ਨੂੰ ਖਾਣਾ, ਠੀਕ ਹੈ, ਹਰ ਇੱਕ ਉਹ ਤੱਤ ਭੋਜਨ ਦੇ ਵਿੱਚ ਮੌਜੂਦ ਹੋਣਾ ਜੋ ਸਾਡੀ ਪੌਸ਼ਟਿਕਤਾ ਵਧਾਉਂਦਾ ਹੈ ਭੋਜਨ ਦੀ, ਉਸ ਨੂੰ ਖਾਣਾ, ਉਸ ਆਹਾਰ ਨੂੰ ਲੈਣਾ ਤੁਹਾਨੂੰ ਨਿਰੋਗ ਬਣਾਏਗਾ। ਨਿਰੋਗਤਾ ਹੀ ਸੁੰਦਰਤਾ ਹੈ। ਇਸ ਚੀਜ਼ ਨੂੰ ਸਮਝ ਲੈਣਾ ਹੈ। ਸੋ ਯੂ ਹੈਵ ਟੂ ਥਿੰਕ ਕ੍ਰਿਟੀਕਲੀ ਬਿਫੋਰ ਡੂਇੰਗ ਐਨੀ ਵਰਕ। ਇਹ ਨਹੀਂ ਸੋਚਣਾ ਕਿ ਕ੍ਰਿਟੀਕਲ ਥਿੰਕਿੰਗ ਸੁਣਨ ਦੇ ਵਿੱਚ ਬਹੁਤ ਵੱਡੀ ਟਰਮ ਲੱਗਦੀ ਹੈ, ਕ੍ਰਿਟੀਕਲ ਥਿੰਕਿੰਗ, ਬਟ ਇਹ ਕੀ ਹੈ? ਇੱਕ ਬਰੀਕੀ ਦੀ ਸੋਚ, ਇੱਕ ਗਹਿਰਾਈ ਦੀ ਸੋਚ ਡਿਸਾਈਡ ਕਰਨ ਤੋਂ ਪਹਿਲਾਂ ਸਾਰੇ ਪੱਖਾਂ ਨੂੰ ਦੇਖ ਕੇ ਕੀਤਾ ਗਿਆ ਫੈਸਲਾ, ਠੀਕ ਹੈ। ਸੋ ਤੁਸੀਂ ਆਪਣੀ ਕ੍ਰਿਟੀਕਲ ਥਿੰਕਿੰਗ ਨੂੰ ਡਿਵੈਲਪ ਕਰਨਾ ਹੈ ਤੇ ਉਹ ਫੈਸਲੇ ਲੈਣੇ ਹਨ ਜੋ ਤੁਹਾਡੇ ਲਈ ਸਹੀ ਹਨ। ਔਰ ਮੈਨੂੰ ਪੂਰੀ ਉਮੀਦ ਹੈ ਕਿ ਅੱਜ ਤੁਸੀਂ ਚੰਗੀ ਤਰ੍ਹਾਂ ਸਮਝ ਗਏ ਹੋਵੋਗੇ ਕਿ ਕ੍ਰਿਟੀਕਲ ਥਿੰਕਿੰਗ ਕੀ ਹੈ, ਸਾਡੀ ਜ਼ਿੰਦਗੀ ਦੇ ਵਿੱਚ ਕੀ ਫਾਇਦਾ ਕਰ ਸਕਦੀ ਹੈ, ਅਸੀਂ ਕਿਵੇਂ ਇਸ ਨੂੰ ਵਰਤਣਾ ਹੈ। ਸਾਡੀ ਜ਼ਿੰਦਗੀ ਦੇ ਵੱਖ-ਵੱਖ ਐਸਪੈਕਟ, ਜਿਵੇਂ ਯੂਜ਼ ਆਫ ਸੋਸ਼ਲ ਮੀਡੀਆ ਜਾਂ ਕੋਈ ਮਿਸਕਨਸੈਪਸ਼ਨਸ ਹੈ, ਠੀਕ ਹੈ ਨਾ। ਸਾਡੀਆਂ ਧਾਰਨਾਵਾਂ ਜਿਵੇਂ ਲਿੰਗ ਆਧਾਰਿਤ ਧਾਰਨਾਵਾਂ ਹਨ ਕਿ ਲੜਕੀਆਂ ਇਹੀ ਕੰਮ ਕਰ ਸਕਦੀਆਂ ਹਨ, ਲੜਕੇ ਇਹੀ ਕੰਮ ਕਰ ਸਕਦੇ ਹਨ। ਕੋਈ ਲੜਕੀ ਅਗਰ ਲੜਕਿਆਂ ਵਾਲਾ ਕੰਮ ਕਰਦੀ ਹੈ ਤਾਂ ਲੋਕ ਉਹਦਾ ਮਜ਼ਾਕ ਉਡਾਉਣ ਲੱਗ ਜਾਂਦੇ ਨੇ। ਇਹੋ ਜਿਹਾ ਕੁਝ ਨਹੀਂ ਹੈ। ਮਨੁੱਖ ਸਾਰੇ ਬਰਾਬਰ ਹਨ, ਠੀਕ ਹੈ। ਮਨੁੱਖ ਕੇਵਲ ਮਨੁੱਖ ਹੈ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਉਹ ਲੜਕੀ ਹੈ ਜਾਂ ਉਹ ਲੜਕਾ ਹੈ। ਮਨੁੱਖ ਕੇਵਲ ਮਨੁੱਖ ਹੈ। ਉਹ ਆਪਣੇ ਚੁਆਇਸ ਦੇ ਆਧਾਰ ਤੇ, ਆਪਣੀ ਸਰੀਰਕ क्षमता ਦੇ ਆਧਾਰ ਤੇ, ਆਪਣੀ ਇੱਛਾ ਦੇ ਮੁਤਾਬਿਕ ਜਿਹੜਾ ਕੰਮ ਚਾਹੇ ਕਰ ਸਕਦਾ ਹੈ। ਔਰ ਸਾਨੂੰ ਇਸ ਲਈ ਕ੍ਰਿਟੀਕਲ ਥਿੰਕਿੰਗ ਨੂੰ ਡਿਵੈਲਪ ਕਰ ਲੈਣਾ ਬਹੁਤ ਜ਼ਰੂਰੀ ਹੈ। ਬੱਚੇ, ਜੇ ਹੁਣੇ ਤੋਂ ਤੁਸੀਂ ਕ੍ਰਿਟੀਕਲੀ ਸੋਚਣ ਲੱਗੋਗੇ ਤਾਂ ਜ਼ਿੰਦਗੀ ਦੇ ਵਿੱਚ ਬਹੁਤ ਕਾਮਯਾਬ ਹੋਵੋਗੇ। ਥੈਂਕ ਯੂ ਸੋ ਮਚ।